ਜਸਟ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਪਾਲ ਸਿੰਘ ਸਿੱਧੂ ਸਵਾਗਤ ਕਰਦਾ, ਜੀ ਆਇਆਂ ਆਖਦਾ ਹਾਂ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਪਹੁੰਚੇ ਹਾਂ ਡਿਟਰੋਇਟ ਦੇ ਕੋਲੇ ਰੋਚੈਸਟਰ ਹਿਲਸ, ਜੋ ਕਿ ਡਿਟਰੋਇਟ ਦਾ ਇੱਕ ਸਬਰਬ ਹੈ, ਉੱਥੋਂ ਦੇ ਗੁਰੂ ਘਰ ਸਿੱਖ ਗੁਰਦੁਆਰਾ ਦੇ ਵਿੱਚ ਪਹੁੰਚੇ ਹੋਏ ਹਾਂ। ਅੱਜ ਅਸੀਂ ਆਪ ਜੀ ਨੂੰ ਕੁਛ ਐਸੀਆਂ ਸ਼ਖਸੀਅਤਾਂ ਦੇ ਰੂਬਰੂ ਕਰਾਵਾਂਗੇ ਜੋ ਕਿ ਪੰਜਾਬ ਦੇ ਵਿਸ਼ੇ ਦੇ ਉੱਤੇ ਆਪ ਜੀ ਨਾਲ ਗੱਲਬਾਤ ਕਰਾਂਗੇ। ਸਾਡੇ ਕੋਲੇ ਉਚੇਚੇ ਤੌਰ 'ਤੇ ਪੰਜਾਬ ਤੋਂ ਪਹੁੰਚੇ ਹੋਏ ਨੇ ਡਾਕਟਰ ਬਾਬਾ ਦਵਿੰਦਰ ਸਿੰਘ ਜੀ। ਉਸ ਦੇ ਨਾਲ ਹੀ ਇੱਥੋਂ ਗੁਰੂ ਘਰ ਤੋਂ ਸਾਡੇ ਕੋਲੇ ਪਹੁੰਚੇ ਹੋਏ ਨੇ ਸਰ ਸ਼ੁਭਦੇਵ ਸਿੰਘ ਜੀ, ਜੋ ਕਿ ਇਸ ਗੁਰੂ ਘਰ ਦੇ ਸੈਕਟਰੀ ਵੀ ਨੇ, ਅਤੇ ਨਾਲ ਹੀ ਸਾਡੇ ਪੈਨਲ ਦੇ ਵਿੱਚ ਨੇ ਅੱਜ ਸਰਦਾਰ ਰਜਿੰਦਰਪਾਲ ਸਿੰਘ ਜੀ, ਜੋ ਕਿ ਇੱਥੋਂ ਦੇ ਰੋਚੈਸਟਰ ਦੇ ਵਸਨੀਕ ਨੇ। ਸਭ ਤੋਂ ਪਹਿਲਾਂ ਅਸੀਂ ਪੈਨਲ ਵੱਲੋਂ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਮੈਂ ਸਭ ਤੋਂ ਪਹਿਲਾਂ ਡਾਕਟਰ ਬਾਬਾ ਦਵਿੰਦਰ ਸਿੰਘ ਜੀ ਨਾਲ ਆਪ ਜੀ ਤੋਂ ਮੈਂ ਸਭ ਤੋਂ ਪਹਿਲਾਂ ਦਰਸ਼ਕਾਂ ਦੇ ਰੂਬਰੂ ਹੋਣ ਤੋਂ ਨਾਲ ਤੁਹਾਨੂੰ ਇਹ ਇੱਕ ਖਾਸ ਕੁਐਸਚਨ ਦਰਸ਼ਕਾਂ ਦਾ ਇਹ ਹੈ ਕਿ ਪਹਿਲੀ ਵਾਰੀ ਅਸੀਂ ਸੁਣ ਰਹੇ ਹਾਂ ਕਿ ਇੱਕ ਡਾਕਟਰ MD ਜਿਨ੍ਹਾਂ ਦੇ ਵਾਈਫ ਡਾਕਟਰ ਅਤੇ ਉਹਨਾਂ ਦੇ ਨਾਲ ਇਹ ਬਾਬਾ ਸ਼ਬਦ ਪਹਿਲੀ ਵਾਰੀ ਲੱਗਿਆ ਦੇਖਿਆ ਸੀ। ਸਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਪਹਿਲਾਂ ਚਾਨਣਾ ਪਾਓ ਕਿ ਆਪ ਜੀ ਦੀ ਜੀਵਨੀ ਕਿਸ ਤਰੀਕੇ ਨਾਲ ਇੱਧਰ ਸਪਿਰਿਚੁਅਲ ਵਾਲੇ ਪਾਸੇ ਨੂੰ ਕਿਸ ਤਰੀਕੇ ਨਾਲ ਤੁਸੀਂ ਇਨ ਟੱਚ ਹੁੰਦੇ ਆ ਅਤੇ ਪੰਜਾਬ ਦੀ ਸੇਵਾ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਲੱਗਦੇ ਆ। ਜਸਪਾਲ ਸਿੰਘ ਜੀ, ਗੱਲ ਇਹ ਹੈ ਕਿ ਇਹ ਆਪਣੇ ਹੱਥ ਵਿੱਚ ਨਹੀਂ ਹੁੰਦਾ ਜੀ, ਇਹ ਡੈਸਟਿਨਡ ਹੁੰਦਾ। ਮਹਾਂਪੁਰਸ਼ਾਂ ਦੀ ਸੰਗਤ ਦਾਸ ਦੀ ਬੜੀ ਅੱਛੀ ਕਿਸਮਤ ਸੀ, ਮਹਾਂਪੁਰਸ਼ਾਂ ਦੀ ਸੰਗਤ ਹੋ ਗਈ। ਉਹਨਾਂ ਨੇ ਆਪ ਹੀ ਦਾਸ ਨੂੰ ਦਿੱਲੀ ਤੋਂ ਲੈ ਕੇ ਤੇ ਬੜੂ ਸਾਹਿਬ ਲੈ ਕੇ ਆਪਣੇ ਚਰਨਾਂ 'ਚ ਬਿਠਾ ਲਿਆ। ਸੋ ਦਾਸ ਕੋਈ ਬਾਬਾ ਨਹੀਂ ਹੈ, ਕੋਈ ਮਹਾਂਪੁਰਸ਼ ਨਹੀਂ ਹੈ, ਪਰ ਜੋ ਸਿੱਖਿਆ, ਜੋ ਬਚਨ, ਜੋ ਹੁਕਮ ਸੰਤਾਂ ਨੇ ਕੀਤੇ, ਦਾਸ ਨੇ ਆਪਣੀ ਪੂਰੀ ਕੋਸ਼ਿਸ਼ ਨਾਲ ਉਹ ਪਾਲਣ ਕਰਨ ਦੀ ਕੋਸ਼ਿਸ਼ ਕੀਤੀ। ਸੰਗਤਾਂ ਨੇ ਬਹੁਤ ਪ੍ਰੇਮ ਦਿੱਤਾ ਅਤੇ ਅੱਜ ਆਪ ਜੀ ਦੇ ਅੱਗੇ ਬਸ ਇਹੀ ਇੱਕ ਭਿਖਾਰੀ ਦੇ ਰੂਪ ਵਿੱਚ ਆ ਕੇ ਖੜ੍ਹੇ ਹੋ ਗਏ ਆ ਕਿ ਜੋ ਮਹਾਂਪੁਰਸ਼ ਬਾਬਾ ਇਕਬਾਲ ਸਿੰਘ ਜੀ ਕਾਰਜ ਸ਼ੁਰੂ ਕਰ ਗਏ ਸੀਗੇ, ਉਹ ਕਾਰਜ ਅਸੀਂ ਅੱਗੇ ਚਲਾਉਣੇ ਹਨ, ਕਿਉਂਕਿ ਇਹੀ ਇੱਕੋ ਇੱਕ ਤਰੀਕਾ ਹੈ ਪੰਜਾਬ ਨੂੰ ਬਚਾਉਣ ਦਾ, ਪੰਜਾਬ ਦੇ ਬੱਚਿਆਂ ਨੂੰ ਸੰਭਾਲਣ ਦਾ, ਜੋ ਮਹਾਂਪੁਰਸ਼ਾਂ ਨੇ ਸੇਧ ਸਾਨੂੰ ਦੇ ਦਿੱਤੀ ਹੈ। ਦਾਸ ਇੱਥੇ ਆਉਣ ਤੋਂ ਪਹਿਲਾਂ ਦਿੱਲੀ ਵਿੱਚ ਮੈਡੀਕਲ ਪ੍ਰੋਫੈਸ਼ਨਲ ਸੀ ਅਤੇ ਮਹਾਂਪੁਰਸ਼ਾਂ ਨੇ ਜਦ ਇੱਥੇ ਲੈ ਕੇ ਆਏ ਅਤੇ ਪਹਿਲਾਂ ਤਾਂ ਮੈਡੀਕਲ ਕੰਮ ਹੀ ਦਿੱਤਾ। ਉੱਥੇ ਛੋਟਾ ਜਿਹਾ ਅਸੀਂ ਹਸਪਤਾਲ ਖੋਲ੍ਹਿਆ ਬੜੂ ਸਾਹਿਬ ਵਿੱਚ ਆ ਕੇ, ਅਤੇ ਅਸੀਂ ਬੱਚਿਆਂ ਦਾ ਵੀ ਇਲਾਜ ਕਰਦੇ ਸੀ ਅਤੇ ਆਸ ਦੇ ਜੋ ਜਿੰਨੇ ਪੇਸ਼ੈਂਟ ਸੀਗੇ, ਬਹੁਤ ਹੀ ਰਿਮੋਟ ਗਰੀਬ ਇਲਾਕਾ ਹੈ, ਪਿਛੜਿਆ ਇਲਾਕਾ ਹੈ ਸਾਰਾ ਉਹ। ਸੋ ਉੱਥੋਂ ਦੂਰ ਦੂਰ ਤੋਂ 100 ਮੀਲ ਤੋਂ ਪੇਸ਼ੈਂਟ ਆਇਆ ਕਰਦੇ ਸੀ ਜਿਹਨੂੰ ਅਸੀਂ ਦੇਖਦੇ ਸੀ। ਪਰ ਕੁਝ ਸਮੇਂ ਬਾਅਦ ਫਿਰ ਮਹਾਂਪੁਰਸ਼ਾਂ ਨੇ ਇਹ ਆਦੇਸ਼ ਦਿੱਤਾ ਕਿ ਵੀ ਤੁਸੀਂ ਡਾਕਟਰੀ ਦੇ ਨਾਲ ਨਾਲ ਜਿਹੜਾ ਇਹ ਸਕੂਲ ਦਾ ਐਜੂਕੇਸ਼ਨ ਦਾ ਕੰਮ ਹੈ ਇਹ ਵੀ ਦੇਖਣਾ ਸ਼ੁਰੂ ਕਰ ਦਿਓ। ਸੋ ਇੰਪਰਸੈਪਟੇਬਲੀ ਜੋ ਚੇਂਜ ਆਇਆ, ਅਸੀਂ ਨਾਲ ਹੀ ਮੈਡੀਕਲ ਕੰਮ ਦੇਖਦੇ ਦੇਖਦੇ ਫਿਰ ਬੱਚਿਆਂ ਵੱਲ ਧਿਆਨ ਚਲੇ ਗਿਆ। ਫਿਰ ਸਮਝ ਆਇਆ ਕਿ ਜੋ ਅਸਲੀ ਜੋ ਕਿੱਤਾ ਹੈ ਉਹ ਇਹ ਹੈ ਕਿ ਜੀਵਨ ਜਾਂਚ ਦੇ ਦੇਣੀ ਕਿਸੇ ਹੋਰ ਮਨੁੱਖ ਨੂੰ ਜੀ। ਜਿੱਦਾਂ ਬਾਬਾ ਜੀ ਆਪ ਕਹਿੰਦੇ ਹੈ ਕਿ ਵੀ ਮੈਂ ਜਦ 36 ਸਾਲ ਮਹਾਂਪੁਰਸ਼ਾਂ ਨੇ ਨੌਕਰੀ ਕੀਤੀ ਐਗਰੀਕਲਚਰ ਦੀ ਜੀ, ਰਿਟਾਇਰ ਹੋ ਕੇ ਆਏ ਅਤੇ 5 ਬੱਚਿਆਂ ਨਾਲ ਅਕਾਲ ਅਕੈਡਮੀ ਸ਼ੁਰੂ ਕੀਤੀ ਜੀ। ਅਤੇ ਮਹਾਂਪੁਰਸ਼ ਕਹਿੰਦੇ ਸੀ ਆਪਣੇ ਮੂੰਹ ਤੋਂ, ਬਹੁਤ ਵਾਰੀ ਉਹਨਾਂ ਨੇ ਇਹ ਦੁਬਾਰਾ ਰਿਪੀਟ ਕੀਤਾ ਕਿ ਸਾਡੇ ਮਨਾਂ 'ਚ ਗੱਲ ਘੁਸ ਜਾਏ ਕਿ ਬਈ ਜਦ ਮੈਂ ਇਹ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਮੈਂ ਰਿਅਲਾਈਜ਼ ਕੀਤਾ ਕਿ ਆਈ ਹੈਵ ਵੇਸਟਡ ਮਾਈ ਐਂਟਾਇਰ ਲਾਈਫ। ਜਿਹੜੀ ਉਹਨਾਂ ਨੇ ਐਜ਼ ਐਨ ਐਗਰੀਕਲਚਰ ਡਾਇਰੈਕਟਰ, ਹਾਲਾਂਕਿ ਜੇ ਕੋਈ ਉਸ ਸਮੇਂ ਜੋ ਜਿਤਨੇ ਵੀ ਉਹਨਾਂ ਦੇ ਨਾਲ ਅਫਸਰ ਸੀ ਜਾਂ ਹੁਣ ਵੀ ਕੋਈ ਜਾ ਕੇ ਹੁਣ ਰਿਮੋਟ ਏਰੀਆ ਦੇ ਵਿੱਚ ਜਾ ਕੇ ਹਿਮਾਚਲ ਪ੍ਰਦੇਸ਼ 'ਤੇ ਜਾ ਕੇ ਦੇਖੇ ਔਰ ਪੁੱਛੇ ਤਾਂ ਸਾਰੇ ਲੋਕ ਇਹੀ ਕਹਿੰਦੇ ਆ ਕਿ ਵੀ ਇਹਨਾਂ ਨੇ ਮੇਜਰ ਐਗਰੀਕਲਚਰਲ ਰੈਵੋਲੂਸ਼ਨ ਹਿਮਾਚਲ ਦਾ ਇਹਨਾਂ ਨੇ ਲਿਆਇਆ ਬਾਬਾ ਜੀ ਨੇ। ਬਾਬਾ ਜੀ 500 ਕਿਲੋਮੀਟਰ ਮਹੀਨੇ ਵਿੱਚ ਟਰੈਵਲ ਕਰਦੇ ਸੀ ਤਾਂ ਕਿ ਉਨ ਲੋਕਾਂ ਦਾ ਜੀਵਨ ਬਦਲੇ।
ਉਹ ਮਹਾਪੁਰਸ਼ ਜਿਤਨੇ ਇਤਨੀ ਲਗਨ ਨਾਲ ਇਹ ਸੇਵਾ ਕੀਤੀ ਸੀ, ਜਦ ਉਹ ਐਜੂਕੇਸ਼ਨ ਦੇ ਦਾਇਰੇ 'ਚ ਆਏ ਤੇ ਕਹਿੰਦੇ ਵੀ ਆਈ ਹੈਵ ਵੇਸਟਡ ਮਾਈ ਲਾਈਫ, ਅਸਲੀ ਕੰਮ ਇਹ ਸੀ ਜੋ ਮੈਨੂੰ ਪਿਛਲੇ 35 ਸਾਲ ਕਰਨਾ ਚਾਹੀਦਾ ਸੀ। ਸੋ ਇਹ ਤੁਹਾਨੂੰ ਮੈਂ ਇਨ ਬਰੀਫ ਦੱਸ ਰਿਹਾ ਕਿ ਜੋ ਇਹ ਕਾਰਜ ਸੰਸਥਾ ਕਰ ਰਹੀ ਹੈ ਉਸ ਦੀ ਨੀਂਹ ਕਿਵੇਂ ਸ਼ੁਰੂ ਹੋਈ ਸੀ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸਾਹ ਸਾਹਿਬ, ਤੁਸੀਂ ਵੀ ਥਾਪਰ ਤੋਂ ਇੰਜੀਨੀਅਰਿੰਗ ਕੀਤੀ ਹੈ, ਅੱਜ ਕੱਲ੍ਹ GM ਦੇ ਵਿੱਚ ਤੁਸੀਂ ਐਜ਼ ਏ ਮੈਨੇਜਰ ਹਾਇਰ ਪੋਸਟ ਦੇ ਉੱਤੇ ਕੰਮ ਕਰ ਰਹੇ ਹੋ ਇੰਨੇ ਸਾਲਾਂ ਦੇ ਉੱਤੇ। ਤੁਸੀਂ ਵੀ ਸਾਨੂੰ, ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ ਕਿ ਐਜੂਕੇਸ਼ਨ ਦਾ ਕੀ ਰੋਲ ਹੈ ਸਾਡੀ ਲਾਈਫ ਦੇ ਵਿੱਚ, ਕਿਸ ਤਰੀਕੇ ਨਾਲ ਉਹਨੇ ਤੁਹਾਡੀ ਲਾਈਫ ਨੂੰ ਚੇਂਜ ਕੀਤਾ ਐਜੂਕੇਸ਼ਨ ਨੇ। ਐਜੂਕੇਸ਼ਨ ਜਿਹੜਾ ਰੋਲ ਹੈ ਇਹ ਬਹੁਤ ਵੱਡਾ ਹੈਗਾ ਇਹਦੇ ਵਿੱਚ, ਕਿਉਂਕਿ ਸਾਡੇ ਜਿਹੜੇ ਪਿੰਡ ਹੈਗੇ ਸਾਰੇ ਪੰਜਾਬ ਦੇ ਵਿੱਚ ਇਹ ਥੋੜ੍ਹੇ ਪਿਛੜੇ ਹੋਏ ਉੱਧਰ ਨੂੰ ਹੈਗੇ ਅਤੇ ਇੱਥੇ ਐਜੂਕੇਸ਼ਨ ਦਾ ਕੋਈ ਸਿਸਟਮ ਚੰਗਾ ਨਹੀਂ ਸੀਗਾ। ਜਦੋਂ ਮੈਂ ਪੜ੍ਹਿਆ ਉਦੋਂ ਸਾਡੇ ਪਿੰਡਾਂ ਦੇ ਵਿੱਚ, ਦੂਸਰੇ ਪਿੰਡ ਦੇ ਵਿੱਚ ਜਾ ਕੇ ਹਾਈ ਸਕੂਲ ਸੀਗਾ, ਕਾਲਜਾਂ ਦਾ ਬਹੁਤਾ ਐਕਸਪੋਜ਼ਰ ਨਹੀਂ ਸੀਗਾ, ਸਾਡੀਆਂ ਫੈਮਲੀਆਂ ਇੱਦਾਂ ਹੁੰਦੀਆਂ ਸੀ ਉਹਨਾਂ ਨੂੰ ਅੱਗੇ ਬਹੁਤਾ ਪਤਾ ਵੀ ਨਹੀਂ ਸੀਗਾ ਵੀ ਅਸੀਂ ਕਿੱਥੇ ਜਾਣਾ, ਕੀ ਕਰਨਾ, ਕੋਈ ਗਾਈਡੈਂਸ ਨਹੀਂ ਸੀਗੀ। ਈਵਨ ਆਫਟਰ ਹਾਈ ਸਕੂਲ ਜਿਹੜਾ ਵੀ ਹੁੰਦਾ ਸੀਗਾ ਵੀ ਤੁਸੀਂ ਜਿਹੜਾ ਵੀ ਨੇੜੇ ਦਾ ਕਾਲਜ ਹੈ ਤੁਸੀਂ ਉੱਥੇ ਚਲੇ ਜਾਓ, ਕੋਈ ਕਿਸੇ ਨੂੰ ਇਹ ਨਹੀਂ ਸੀ ਪਤਾ ਮੈਂ ਕੀ ਕਰਨਾ ਨਹੀਂ ਕਰਨਾ, ਕਿਸੇ ਨੂੰ ਕੋਈ ਆਈਡੀਆ ਨਹੀਂ ਸੀ ਹੁੰਦਾ। ਬੜਾ ਬੈਕਗਰਾਊਂਡ ਸੀਗਾ ਉਸ ਟਾਈਮ ਦੇ ਵਿੱਚ ਜਿਹੜਾ ਸਿਸਟਮ ਸੀਗਾ, ਅਤੇ ਪਲੱਸ ਨੌਲੇਜ ਨਹੀਂ ਸੀ ਕਿਸੇ ਨੂੰ, ਗਾਈਡ ਕਰਨ ਵਾਲਾ ਕੋਈ ਨਹੀਂ ਸੀਗਾ। ਉਹਦੇ ਵਿੱਚ ਇਹੀ ਸੀਗਾ ਜਿਹੜਾ ਇੱਧਰ ਉੱਧਰ ਪੁੱਛ ਕੇ ਥੋੜ੍ਹਾ ਕਰਕੇ ਅਤੇ ਜਿਹੜਾ ਜਿੱਥੇ ਚਲਾ ਗਿਆ ਉੱਥੇ ਉਹ ਆਪਣਾ ਸ਼ੁਰੂ ਕਰ ਲੈਂਦਾ ਸੀਗਾ। ਪਰ ਜਿਹੜੀਆਂ ਫੈਮਲੀਆਂ ਉੱਥੇ ਐਕਸਪੋਜ਼ਰ ਸੀਗਾ ਮਿਲਟਰੀ ਦੇ ਵਿੱਚ, ਸਪੈਸ਼ਲੀ ਪੰਜਾਬ ਦੇ ਵਿੱਚੋਂ ਜਿਹੜੇ ਬਾਹਰ ਗਏ, ਉਹਨਾਂ ਨੇ ਦੇਖਿਆ ਐਜੂਕੇਸ਼ਨ ਦੀ ਬੜੀ ਲੋੜ ਹੈਗੀ ਆ, ਜਾਂ ਫਿਰ ਕਿਸੇ ਜੋਬਾਂ ਦੇ ਵਿੱਚ ਸੀਗੇ, ਉਹਨਾਂ ਨੂੰ ਪਤਾ ਹੀ ਅਸੀਂ ਫੈਮਲੀ ਨੂੰ ਪੜ੍ਹਾਉਣਾ ਹੈਗਾ, ਉਹਨਾਂ ਨੇ ਬੱਚਿਆਂ ਨੂੰ ਆਪਦਾ ਪੜ੍ਹਾਉਣਾ ਸ਼ੁਰੂ ਕਰਿਆ। ਸੋ ਇਹ ਥੋੜ੍ਹਾ ਥੋੜ੍ਹਾ ਕਰਕੇ ਇਸੇ ਤਰ੍ਹਾਂ ਹੀ ਫਿਰ ਉੱਥੇ ਹੌਲੀ ਹੌਲੀ ਲਗਨ ਬਣੀ, ਅਤੇ ਇਸੇ ਤਰ੍ਹਾਂ ਮੈਂ ਵੀ, ਸਾਡੇ ਰਿਸ਼ਤੇਦਾਰ ਪਟਿਆਲੇ ਸੀਗੇ, ਪ੍ਰੋਫੈਸਰ ਸੀਗੇ, ਉਹਨਾਂ ਤੋਂ ਪਤਾ ਲੱਗਿਆ ਅਤੇ ਮੈਂ ਇਸ ਤਰ੍ਹਾਂ ਪਟਿਆਲੇ ਚਲਾ ਗਿਆ ਉੱਥੇ ਕਾਲਜ ਐਡਮਿਸ਼ਨ ਲਈ, ਉੱਥੋਂ ਗ੍ਰੈਜੂਏਟ ਹੋਇਆ। ਨਹੀਂ ਤਾਂ ਬਾਕੀ ਸਾਡੇ ਸਾਰੇ ਪਿੰਡ ਦੇ ਵਿੱਚ ਹੋਰ ਉਹਨਾਂ ਕੋਈ ਗਾਈਡੈਂਸ ਨਹੀਂ, ਉਹ ਸਾਰੇ ਉੱਥੇ ਦੇ ਉੱਥੇ ਹੀ ਰਹਿ ਗਏ ਜੀ। ਸੋ ਉਹਦੇ ਨਾਲ ਨਾਲ ਇਹ ਵੀ ਸੀਗਾ ਜਿਹੜਾ ਸਿੱਖੀ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਮੇਨ ਫੈਕਟਰ ਦੇਖਣ ਵਾਲਾ ਹੈਗਾ, ਜਦੋਂ ਮੈਂ ਵੱਡਾ ਹੋਇਆ ਸਿੱਖੀ ਦਾ ਪ੍ਰਚਾਰ ਬਿਲਕੁਲ ਹੈ ਨਹੀਂ ਸੀ। ਗੁਰਦੁਆਰਿਆਂ ਵਿੱਚ ਭਾਈ ਕੋਈ ਐਜੂਕੇਟਡ ਨਹੀਂ ਸੀਗੇ, ਉਹਨਾਂ ਨੂੰ ਸਿਰਫ ਥੋੜ੍ਹਾ ਬਹੁਤ ਹੁਕਮਨਾਮਾ ਲੈਣਾ ਜਾਂ ਥੋੜ੍ਹਾ ਬਹੁਤ ਕੀਰਤਨ ਕਰਨਾ ਆਉਂਦਾ ਸੀਗਾ, ਪਰ ਉਹ ਟੀਚਿੰਗ ਦਾ ਕਿਸੇ ਨੂੰ ਨਹੀਂ ਸੀਗਾ। ਸੋ ਇਸੇ ਤਰ੍ਹਾਂ ਹੀ ਕੋਈ ਸੰਸਥਾ, ਕੋਈ ਸਕੂਲ ਇਹ ਵੀ ਨਹੀਂ ਸੀਗੇ ਜਿਹੜੇ ਉੱਥੇ ਪ੍ਰਚਾਰ ਕਰ ਸਕਣ। ਜਿਹੜੇ ਸੀਗੇ DAV ਸਕੂਲ ਜਾਂ ਹੋਰ ਉਹ ਸ਼ਹਿਰਾਂ ਦੇ ਵਿੱਚ ਸੀਗੇ। ਅਤੇ ਉਸ ਤੋਂ ਬਾਅਦ ਜਦੋਂ ਇਹ ਬੜੂ ਸਾਹਿਬ ਵਾਲਿਆਂ ਨੇ ਅਕੈਡਮੀ ਸ਼ੁਰੂ ਕਰੀਆਂ ਨੇ ਜਾ ਕੇ, ਉਦੋਂ ਫਿਰ ਇਹਦਾ ਥੋੜ੍ਹਾ ਐਕਸਪੋਜ਼ਰ ਹੋਇਆ ਵੀ ਸਿੱਖੀ ਕੀ ਹੈਗੀ ਆ। ਬੱਚਿਆਂ ਨੂੰ ਹੌਲੀ ਸਿੱਖੀ ਦਾ ਐਕਸਪੋਜ਼ਰ ਹੋਣਾ ਸ਼ੁਰੂ ਹੋਇਆ, ਉਹਦੇ ਨਾਲ ਪੇਰੈਂਟਸ ਨੂੰ ਐਕਸਪੋਜ਼ਰ ਹੋਣਾ ਸ਼ੁਰੂ ਹੋਇਆ। ਸੋ ਹੁਣ ਮੈਂ ਉਹਦਾ ਜਿਹੜੀ ਚੇਂਜ ਦੇਖੀ ਹੈਗੀ ਹੈ, ਜਿੱਥੇ ਇੱਥੇ ਅਕੈਡਮੀ ਹੈਗੀਆਂ ਨੇ ਉੱਥੋਂ ਬੱਚੇ ਪੜ੍ਹ ਕੇ ਨਿਕਲਦੇ ਨੇ, ਸਿੱਖੀ ਸਰੂਪ 'ਚ ਨਿਕਲਦੇ ਨੇ, ਉਹਨਾਂ ਪੰਜਾਂ ਬਾਣੀਆਂ ਦਾ ਪਾਠ ਯਾਦ ਹੁੰਦਾ ਹੈ, ਕੀਰਤਨ ਕਰਨ ਵੀ ਜਾਣਦੇ ਨੇ, ਕਈ ਢਾਡੀ ਵਾਰਾਂ ਵੀ ਕਰਨ ਜਾਣਦੇ ਨੇ। ਇਹ ਆਪਣੇ ਵਿੱਚ ਇੱਥੇ ਜਿਹੜੇ ਬੜੂ ਸਾਹਿਬ ਤੋਂ ਇਹ ਬੇਟੀ ਬੈਠੀ ਹੈਗੀ ਆ, ਹੋਰ ਵੀ ਪਹਿਲਾਂ ਆਏ ਨੇ ਸਟੂਡੈਂਟ। ਸੋ ਦੇਖ ਕੇ ਸਾਨੂੰ ਲੱਗਦਾ ਵੀ ਹਾਂ ਇਹ ਜਿਹੜੀ ਕੰਟਰੀਬਿਊਸ਼ਨ ਐਜੂਕੇਸ਼ਨ ਦੀ ਬਹੁਤ ਜ਼ਰੂਰੀ ਹੈ, ਇਹ 'ਤੇ ਇਨਵੈਸਟਮੈਂਟ ਕਰਨੀ ਬਹੁਤ ਜ਼ਰੂਰੀ ਹੈਗੀ ਆ ਸਾਰੇ ਪੰਜਾਬ ਨੂੰ। ਸੋ ਇਹ ਜਿਹੜਾ ਸਾਡਾ ਜਿਹੜਾ ਬੈਕ ਡਰੋਪ ਸੀਗਾ ਉਹਨੂੰ ਥੋੜ੍ਹਾ ਜਿਹਾ ਜਿਹੜਾ ਅਕੈਡਮੀ ਨੇ ਕਵਰ ਅਪ ਕਰਿਆ ਹੈਗਾ, ਪਰ ਸਟਿਲ ਅਜੇ ਬਹੁਤ ਲੋੜ ਹੈਗੀ ਹੈ। ਥੈਂਕ ਯੂ ਸ਼ੁਭਦੇਵ ਸਿੰਘ ਜੀ। ਡਾਕਟਰ ਸਾਹਿਬ, ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਸੰਸਥਾ ਸ਼ੁਰੂ ਹੋਈ ਇਹਦੇ ਬਾਰੇ ਵੀ ਸਰੋਤਿਆਂ ਨੂੰ ਦੱਸੋ ਵੀ ਕਿਸ ਤਰੀਕੇ ਨਾਲ ਇਹ ਸੰਸਥਾ ਸ਼ੁਰੂ ਹੋ ਕੇ ਅੱਜ ਇਹ ਕਿਸ ਮੁਕਾਮ 'ਤੇ ਪਹੁੰਚੀ, ਔਰ ਕਿਸ ਤਰੀਕੇ ਨਾਲ ਇਹ ਸੰਸਥਾ ਜਿਹੜੇ ਆਪਣੇ ਪੰਜਾਬ ਦੇ ਇਸ਼ੂਜ਼ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਐਡਰੈਸ ਕਰ ਰਹੀ ਹੈ। ਇਹ ਮਹਾਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਇਹ ਸੁਪਨਾ ਸੀ ਜੀ ਕਿ ਬਹੁਤ ਲੋੜ ਹੈ ਅੱਛੇ ਇਨਸਾਨ ਪੈਦਾ ਕਰਨ ਦੀ। ਜੀ ਜਿਹੜੀ ਮਾਡਰਨ ਐਜੂਕੇਸ਼ਨ ਹੈ ਉਹ ਆਦਮੀ ਨੂੰ ਐਕੁਇਪ ਕਰ ਦਿੰਦੀ ਹੈ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਕਰਨ ਵਾਸਤੇ। ਜੀ ਹਉਮੈ ਵੱਧ ਜਾਂਦੀ ਹੈ ਜੀ ਅਤੇ ਉਸ ਦੀ ਸੋਚ ਖਤਮ ਹੋ ਜਾਂਦੀ ਹੈ ਕਿ ਮੈਂ ਕਿਸੇ ਹੋਰ ਵਾਸਤੇ ਵੀ ਕੁਝ ਕਰਨਾ ਹੈ। ਜੀ ਸੋ ਮਹਾਪੁਰਸ਼ਾਂ ਨੇ ਇਸ ਸੋਚ ਦੇ ਨਾਲ ਇਹ ਵਿਚਾਰ ਬਣਾਇਆ ਕਿ ਬਹੁਤ ਜ਼ਰੂਰੀ ਹੈ ਅਧਿਆਤਮਕ ਵਿਦਿਆ ਦੇਣਾ, ਸਪਿਰਿਚੁਅਲ ਐਜੂਕੇਸ਼ਨ ਦੇਣਾ ਬੱਚੇ ਨੂੰ। ਜੀ ਤਾਂ ਹੀ ਉਸਦੇ ਮਨ ਵਿੱਚ, ਉਸਦੇ ਵਿੱਚ ਦੈਵੀ ਗੁਣ ਆਉਣਗੇ, ਦਇਆ, ਕਰੁਣਾ, ਪਰਉਪਕਾਰ ਦੇ ਗੁਣ ਆਉਣਗੇ। ਸੋ ਸੰਤ ਜੀ ਮਹਾਰਾਜ ਜੀ ਨੇ 1904 ਵਿੱਚ ਲੜਕੀਆਂ ਦਾ ਸਕੂਲ ਖੋਲ੍ਹਿਆ ਮਸਤਵਾਣੇ ਵਿਖੇ, ਅਤੇ ਨਾਲ ਹੀ ਆਪਣੇ ਸੇਵਕ ਸੰਤ ਤੇਜਾ ਸਿੰਘ ਮਹਾਰਾਜ ਜੀ ਨੂੰ ਇਹ ਬਚਨ ਕਰ ਦਿੱਤੇ ਕਿ ਭਾਈ ਹਿਮਾਲਿਆ ਪਰਬਤ ਵਿੱਚ ਇੱਕ ਐਸਾ ਸਥਾਨ ਹੈ ਜਿੱਥੋਂ ਕਿ ਬੱਚੇ ਬੱਚੀਆਂ ਅਧਿਆਤਮਕ ਅਤੇ ਦੁਨਿਆਵੀ ਵਿੱਦਿਆ ਲੈ ਕੇ ਪੂਰੀ ਦੁਨੀਆ ਵਿੱਚ ਜਾ ਕੇ ਸ਼ਾਂਤੀ ਦਾ ਮੈਸੇਜ ਦੇਣਗੇ। ਦਾਸ ਗੱਲ ਕਰ ਰਿਹਾ 1904 ਦੀ। ਜੀ ਉਹਨਾਂ ਦੀ ਵਿਜ਼ਨ ਸੀ ਕਿ ਬਈ ਜਿਹੜੀ ਇਹ ਮਾਡਰਨ ਐਜੂਕੇਸ਼ਨ ਹੈ ਇਹ ਸਾਡਾ ਪਰਪਜ਼ ਪੀਸ ਦਾ, ਸ਼ਾਂਤੀ ਸਥਾਪਿਤ ਕਰਨ ਦਾ ਨਹੀਂ ਪੂਰਾ ਕਰੇਗੀ। ਸੋ
ਉਹ ਬਚਨ ਕਮਾਉਂਦੇ ਹੋਏ 1956 ਵਿੱਚ ਬੜੂ ਸਾਹਿਬ ਦੀ ਧਰਤੀ ਲਈ ਗਈ ਤੇ 1986 ਵਿੱਚ ਬਾਬਾ ਇਕਬਾਲ ਸਿੰਘ ਜੀ ਨੇ ਇਹ ਪਹਿਲਾ ਸਕੂਲ ਖੋਲ੍ਹਿਆ। ਥੈਂਕ ਯੂ ਡਾਕਟਰ ਸਾਹਿਬ। ਅਸੀਂ ਹੁਣੇ ਥੋੜ੍ਹੀ ਦੇਰ ਬਾਅਦ ਇਸੇ ਗੱਲਬਾਤ ਨੂੰ ਅਸੀਂ ਕੰਟੀਨਿਊ ਕਰਦੇ ਰਹਾਂਗੇ। ਸੋ ਹੁਣ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪ ਜੀ ਦੇ ਨਾਲ ਜੁੜਦੇ ਹਾਂ। ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ। ਅੱਜ ਦਾ ਮੁੱਦਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਪੰਜਾਬ ਦੀ ਧਰਤੀ ਦੀ। ਉੱਥੇ ਦੀ ਇੱਕ ਬਹੁਤ ਵੱਡੀ ਸੰਸਥਾ ਜਿਹਨੇ ਕਿ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ ਉਸ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਲੰਗਰ ਲਾ ਕੇ। ਸਾਡੇ ਨਾਲ ਅੱਜ ਜੁੜੇ ਹੋਏ ਨੇ ਡਾਕਟਰ ਬਾਬਾ ਦਵਿੰਦਰ ਸਿੰਘ ਜੀ, ਜਿਹੜੇ ਕਿ ਪੰਜਾਬ ਤੋਂ ਉਚੇਚੇ ਤੌਰ 'ਤੇ ਆਏ ਨੇ ਔਰ ਉਹਨਾਂ ਨਾਲ ਸਾਡੀ ਗੱਲਬਾਤ ਜਾਰੀ ਸੀ। ਸਾਨੂੰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ 1986 ਦੇ ਵਿੱਚ 5 ਬੱਚਿਆਂ ਦੇ ਨਾਲ ਬਾਬਾ ਇਕਬਾਲ ਸਿੰਘ ਜੀ ਨੇ ਬੜੂ ਸਾਹਿਬ ਦੀ ਧਰਤੀ ਤੋਂ ਇਹ ਸਕੂਲ ਸ਼ੁਰੂ ਕੀਤਾ। ਡਾਕਟਰ ਸਾਹਿਬ ਸਾਨੂੰ ਹੁਣ ਦੱਸੋ ਵੀ ਅੱਜ ਉਹ ਸਕੂਲ ਜਿਹੜਾ 5 ਬੱਚਿਆਂ ਦੇ ਨਾਲ ਬੜੂ ਸਾਹਿਬ ਦੇ ਵਿੱਚ 1986 ਤੋਂ ਸ਼ੁਰੂ ਹੋਇਆ ਸੀ, ਬਾਬਾ ਇਕਬਾਲ ਸਿੰਘ ਜੀ ਨੇ ਸ਼ੁਰੂ ਕੀਤਾ ਸੀ, ਅੱਜ ਉਹ ਸਕੂਲ ਕਿੱਥੋਂ ਤੱਕ ਪਹੁੰਚੇ ਹੋਏ ਨੇ ਔਰ ਕਿਸ ਤਰੀਕੇ ਦੀਆਂ ਰਿਜ਼ਲਟਸ ਉਹਨਾਂ ਦੇ ਵਿੱਚੋਂ ਆ ਰਹੇ ਨੇ? ਇਹ ਨਾ ਜੀ 1986 ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਸ਼ੁਰੂ ਹੋਈ। 1993 ਵਿੱਚ ਦੂਸਰਾ ਸਕੂਲ ਸ਼ੁਰੂ ਹੋਇਆ ਅਕਾਲ ਅਕੈਡਮੀ ਮੁਕਤਸਰ ਦਾ। ਉਹ ਕੇਵਲ ਕੱਲਾ ਸਕੂਲ ਹੈ ਜਿਹੜਾ ਕਿ ਸ਼ਹਿਰ 'ਚ ਹੈ। ਇਸ ਤੋਂ ਇਲਾਵਾ ਐਜ਼ ਅ ਪੋਲਿਸੀ ਸਾਰੀ ਅਕਾਲ ਅਕੈਡਮੀਆਂ ਡੀਪ ਰਿਮੋਟ ਰੂਰਲ ਏਰੀਆ ਦੇ ਵਿੱਚ ਹਨ ਜੀ। ਤੇ 1993 ਤੋਂ ਲੈ ਕੇ 2007 ਤੱਕ 17 ਸਕੂਲ ਖੋਲ੍ਹੇ ਗਏ। ਹੌਲੇ ਹੌਲੇ ਜਿਤਨੇ ਰਿਸੋਰਸਿਸ ਸੀ ਉਸ ਹਿਸਾਬ ਨਾਲ ਅਸੀਂ ਹੌਲੇ ਹੌਲੇ ਚੱਲ ਰਹੇ ਸੀ ਜੀ। 2007 ਵਿੱਚ ਆ ਕੇ ਮਹਾਂਪੁਰਸ਼ਾਂ ਦੇ ਮਨ 'ਚ ਇਹ ਆਇਆ ਕਿ ਬਈ ਜੋ ਸਮੱਸਿਆ ਪੰਜਾਬ ਦੀ ਹੈ ਉਸ ਸਮੇਂ ਜੋ ਮੇਨ ਚੈਲੰਜ ਪੰਜਾਬ ਦਾ ਸੀਗਾ ਉਹ ਸੀਗਾ ਨਸ਼ੇ ਪੱਤੀ। ਜੋ ਬੱਚੇ ਸੀ ਨਸ਼ੇ ਹੋ ਰਹੇ ਸੀਗੇ, ਐਡਿਕਸ਼ਨ ਵੱਲ ਜਾ ਰਹੇ ਸੀਗੇ ਜੀ। ਤੇ ਬਾਬਾ ਜੀ ਨੂੰ ਇਹ ਗੱਲ ਬੜੀ ਅਖਰ ਰਹੀ ਸੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਕਿਵੇਂ ਬਚਾਈਏ ਜੀ। ਨਾਲ ਹੀ ਰਿਪੋਰਟਸ ਇਹ ਆ ਰਹੀਆਂ ਸੀ ਕਿ ਜਿੱਥੇ ਜਿੱਥੇ ਵੀ ਅਕਾਲ ਅਕੈਡਮੀ ਖੁੱਲ੍ਹੀ ਹੋਈ ਹੈ ਉੱਥੇ ਨਸ਼ਾ ਘਟ ਗਿਆ ਹੈਗਾ ਤੇ ਵਿਸ਼ੇਸ਼ ਤੌਰ ਤੇ ਜਿਹੜਾ ਬੱਚਾ ਅਕਾਲ ਅਕੈਡਮੀ 'ਚ ਪੜ੍ਹਾਈ ਕਰ ਗਿਆ ਉਹ ਬਿਲਕੁਲ ਨਸ਼ਾ ਨਹੀਂ ਲੈ ਰਿਹਾ, ਉਹਨਾਂ ਦੇ ਪਰਿਵਾਰਾਂ 'ਚੋਂ ਨਸ਼ੇ ਹਟ ਗਏ ਹੈਗੇ। ਸੋ ਫਿਰ ਮਹਾਂਪੁਰਸ਼ਾਂ ਨੇ ਇਹ ਨਿਰਣੇ ਲਿਆ ਕਿ ਵੀ ਅਸੀਂ ਹੋਰ ਸਕੂਲ ਖੋਲ੍ਹਣੇ ਹਨ। ਰਿਸੋਰਸਿਸ ਨਹੀਂ ਸੀ। ਦਾਸ ਨੂੰ ਉਹਨਾਂ ਨੇ ਆਦੇਸ਼ ਦਿੱਤਾ ਕਿ ਵੀ ਅਸੀਂ ਹੋਰ ਸਕੂਲ ਖੋਲ੍ਹੀਏ। ਦਾਸ ਚੁੱਪ ਹੋ ਗਿਆ ਕਿ ਮਹਾਰਾਜ ਰਿਸੋਰਸਿਸ ਨਹੀਂ ਹੈ ਕਿ ਗੁਰੂ ਦੇਗਾ। ਫਿਰ ਮਹਾਂਪੁਰਸ਼ਾਂ ਨੇ ਇੱਕ ਬੜਾ ਸਾਡੇ ਵਾਸਤੇ ਇੰਪੋਰਟੈਂਟ ਇਪੋਕ ਮੇਕਿੰਗ ਇਹ ਡਿਸੀਜਨ ਸੀਗਾ ਕਿ ਮਹਾਂਪੁਰਸ਼ਾਂ ਨੇ ਬੈਂਕਾਂ ਤੋਂ ਲੋਨ ਲੈ ਕੇ ਹੋਰ ਸਕੂਲ ਖੁਲਵਾਏ ਜੀ। 2008 ਵਿੱਚ ਅਸੀਂ 25 ਨਵੇਂ ਸਕੂਲ ਖੋਲ੍ਹੇ ਔਰ ਹਰ ਸਾਲ ਸਕੂਲ ਖੋਲ੍ਹਦੇ ਚਲੇ ਗਏ 2012-13 ਤੱਕ, ਜਿਹੜੇ ਕਿ 2007 ਵਿੱਚ 17 ਸਕੂਲ ਸੀ, 2013-14 ਤੱਕ ਇਹ 125-26 ਸਕੂਲ ਬਣ ਗਏ ਜੀ। ਸੋ ਇਹ ਜੋ ਗਰੋਥ ਹੋਈ ਸੀ ਮਹਾਂਪੁਰਸ਼ਾਂ ਨੇ ਬਿਨਾਂ ਸੰਕੋਚ ਦੇ ਲੋਨ ਲਿਆ ਜੀ। ਨਾਲ ਹੀ ਹਾਇਰ ਐਜੂਕੇਸ਼ਨ ਵਾਸਤੇ ਅਕਾਲ ਯੂਨੀਵਰਸਿਟੀ ਇਸਟੈਬਲਿਸ਼ ਕਰ ਦਿੱਤੀ ਤਲਵੰਡੀ ਸਾਹਿਬ ਹੋ ਕੇ, ਔਰ ਬੜੂ ਸਾਹਿਬ ਵੀ ਅਕਾਲ ਇਟਰਨਲ ਯੂਨੀਵਰਸਿਟੀ ਜੋ ਲੜਕੀਆਂ ਦੀ ਯੂਨੀਵਰਸਿਟੀ ਹੈ। ਇਤਨਾ ਜ਼ਿਆਦਾ ਜੋ ਐਕਸਪੈਂਸ਼ਨ ਹੋਈ ਬੜੇ ਸ਼ਾਰਟ ਡਿਊਰੇਸ਼ਨ ਵਿੱਚ। ਇਹ ਮਹਾਂਪੁਰਸ਼ਾਂ ਦੀ ਜੋ ਵਿਜ਼ਨ ਸੀ, ਜੋ ਉਹਨਾਂ ਨੂੰ ਭਰੋਸਾ ਸੀ, ਜੋ ਅਕਾਲ ਪੁਰਖ ਦਾ ਆਦੇਸ਼ ਸੀ, ਉਸ ਦਾ ਪਾਲਨ ਕਰਦੇ ਹੋਏ ਕੀਤਾ ਤੇ 110 ਕਰੋੜ ਦਾ ਕਰਜ਼ਾ ਲਿਆ ਜੀ। ਦਾਸ ਇੱਥੇ 2019 ਵਿੱਚ ਵੀ ਆਇਆ ਸੀ ਤੇ ਉਦੋਂ ਸੰਗਤਾਂ ਨਾਲ ਅਸੀਂ ਇਹ ਸ਼ੇਅਰ ਕੀਤੀ ਪ੍ਰੋਬਲਮ ਕਿ ਸਾਨੂੰ ਉਸ ਸਮੇਂ ਸਾਡਾ ਕਰਜ਼ਾ ਜੋ 110 ਕਰੋੜ ਦਾ ਸੀਗਾ 50 ਕਰੋੜ ਮਤਲਬ ਤੁਸੀਂ ਸਮਝ ਲਓ $7 ਮਿਲੀਅਨ ਉਸ ਸਮੇਂ ਦੇ ਹਿਸਾਬ ਨਾਲ ਸਾਡਾ ਅਜੇ ਕਰਜ਼ਾ ਬਾਕੀ ਸੀ ਜੀ। ਸੰਗਤਾਂ ਨੂੰ ਅਸੀਂ ਬੇਨਤੀ ਕੀਤੀ ਤੇ ਜਸ ਪੰਜਾਬੀ ਦਾ ਦਾਸ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਾਅਰਾ ਕਰ ਦਿੱਤਾ, ਲੈਟਸ ਮੇਕ ਬੜੂ ਸਾਹਿਬ ਡੈਟ ਫਰੀ ਜੀ। ਸੋ ਉਹ ਜੋ ਹੁੰਗਾਰਾ ਭਰਿਆ, ਜੋ ਸੰਗਤਾਂ ਨੇ ਪਿਆਰ ਦਿੱਤਾ, ਪਿਛਲੇ 2.5 ਸਾਲਾਂ ਵਿੱਚ ਅਸੀਂ ਤਕਰੀਬਨ 20 ਕਰੋੜ ਰੁਪਇਆ ਲੋਨ ਉਤਾਰ ਚੁੱਕੇ ਹਾਂ। ਪਰ ਅਜੇ ਵੀ ਸਾਡਾ 30 ਕਰੋੜ ਲੋਨ ਦਾ ਮਤਲਬ ਤਕਰੀਬਨ ਸਮਝ ਲਓ $4 ਮਿਲੀਅਨ ਅਜੇ ਵੀ ਲੋਨ ਉਹ ਬਾਕੀ ਹੈ। ਪਰ ਜੋ ਇਹ ਇਨਵੈਸਟਮੈਂਟ ਕੀਤੀ ਮਹਾਂਪੁਰਸ਼ ਨੇ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਦੀ ਇਨਵੈਸਟਮੈਂਟ ਕੀਤੀ ਸੀ, ਉਸ ਦਾ ਡਿਵੀਡੈਂਡ ਅੱਜ ਪੂਰੀ ਦੁਨੀਆ ਲੰਗਰ ਛਕ ਰਹੀ ਹੈ ਜੀ। ਇਹੀ ਲੰਗਰ ਸ਼ੁਰੂ ਕੀਤਾ ਸੰਤ ਅਤਰ ਸਿੰਘ ਮਹਾਰਾਜ ਜੀ ਦੇ ਹੁਕਮਾਂ ਅਨੁਸਾਰ ਸੰਤ ਬਾਬਾ ਇਕਬਾਲ ਸਿੰਘ ਜੀ ਨੇ, ਵਿਦਿਆ ਦਾ ਲੰਗਰ ਜੀ। ਉਹ ਜੋ ਇਨਵੈਸਟਮੈਂਟ ਕੀਤੀ ਸੀ, ਜੋ ਕਰਜ਼ਾ ਚੁੱਕ ਕੇ
ਜੀ ਉਹਨਾਂ ਨੇ ਸਕੂਲ ਖੋਲ੍ਹੇ। ਦਾਸ ਨੂੰ ਬੜਾ ਕਲੀਅਰਲੀ ਯਾਦ ਹੈ, ਆਲਮੋਸਟ ਰੋਜ਼ ਹੀ ਬੁਲਾ ਲੈਂਦੇ ਸੀ, ਹੁਣ ਕਿੰਨਾ ਕਰਜ਼ਾ ਹੈ, ਕਿਸ਼ਤ ਚਲੀ ਜਾਂਦੀ ਹੈ, ਰੋਜ਼ ਹੀ ਪੁੱਛਦੇ ਸੀਗੇ ਕਿਸ਼ਤ ਚਲੀ ਜਾਂਦੀ ਹੈ, ਕਿਵੇਂ ਕਿਸ਼ਤ ਪੇ ਕਰਦੇ ਹੋ। ਮਤਲਬ ਉਹਨਾਂ ਨੇ ਆਪਣੇ ਸਰੀਰ ਤੇ ਉਹ ਭਾਰ ਚੁੱਕ ਕੇ ਜੀ ਇਹ ਕਰਜ਼ਾ ਸਾਡੇ ਤੋਂ ਉਤਰਵਾਇਆ ਹੈ। ਜੀ ਔਰ ਤਦ ਤੱਕ ਉਹਨਾਂ ਦੇ ਸਵਾਸ ਰਹੇ ਜਦ ਤੱਕ ਉਹਨਾਂ ਨੂੰ ਇਹ ਕੌਨਫੀਡੈਂਸ ਆ ਗਿਆ ਵੀ ਹੁਣ ਜੋ ਕਰਜ਼ਾ ਹੈ ਉਹ ਮੈਨੇਜੇਬਲ ਹੋ ਗਿਆ ਹੈ, ਇਹ ਬੱਚੇ ਆਪ ਉਤਾਰ ਲੈਣਗੇ। ਸੋ ਇਹ ਉਹ ਲੰਗਰ ਸ਼ੁਰੂ ਹੋਇਆ ਜਿਸ ਦੇ ਡਿਵੀਡੈਂਡ ਅਸੀਂ ਹੁਣ ਦੇਖ ਰਹੇ ਹਾਂ। ਹੁਣ ਅਸੀਂ ਜੇ ਰਿਜ਼ਲਟ ਦੀ ਤੁਸੀਂ ਗੱਲ ਕੀਤੀ ਤੇ ਪੰਜਾਬ ਦੇ ਜੋ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਹੁਣ ਲੇਟੈਸਟ ਨਤੀਜੇ ਨਿਕਲੇ ਹਨ। ਸਾਡੀ ਬੱਚੀ ਇੱਕ ਪਿਛੜੇ ਹੋਏ ਇਲਾਕੇ ਬਠਿੰਡਾ ਮਾਨਸਾ ਦਾ ਜ਼ਿਲ੍ਹਾ ਦਾ ਉਹ ਜੰਕਸ਼ਨ ਹੈ, ਜਗਾ ਰਾਮ ਤੀਰਥ ਅਕੈਡਮੀ ਹੈ, ਉੱਥੇ ਦੀ ਬੱਚੀ ਸਾਡੀ 12ਵੀਂ ਕਲਾਸ ਵਿੱਚ ਸਾਇੰਸ ਸਟਰੀਮ ਦੀ ਪੂਰੇ ਪੰਜਾਬ ਵਿੱਚ ਸੈਕਿੰਡ ਆਈ ਹੈ ਵਿਦ 99.2% ਮਾਰਕਸ। ਅਸੀਂ ਹੁਣ ਦੇਖ ਰਹੇ ਹਾਂ ਜੋ ਡਿਵੀਡੈਂਡ ਹੈ ਆਲਮੋਸਟ ਹਰ ਜ਼ਿਲ੍ਹੇ ਵਿੱਚ ਜਿੱਥੇ ਵੀ ਅਕਾਲ ਅਕੈਡਮੀ ਹੈ ਉਸ ਜ਼ਿਲ੍ਹੇ ਦਾ CBSE ਦਾ ਟੌਪਰ ਸ਼ਹਿਰੀ ਬੱਚਾ ਨਹੀਂ ਹੈ, ਅਕਾਲ ਅਕੈਡਮੀ ਦਾ ਬੱਚਾ ਹੈ ਜੀ। ਪਟਿਆਲਾ ਜ਼ਿਲ੍ਹੇ ਵਿੱਚ ਸਾਡੀਆਂ 5 ਅਕੈਡਮੀਆਂ ਹਨ ਜੋ ਉੱਥੇ ਆਸ-ਪਾਸ ਹਨ। ਉਸ ਤੋਂ ਪਿਛਲੇ 6 ਸਾਲਾਂ ਤੋਂ ਜੋ ਪਟਿਆਲੇ ਜ਼ਿਲ੍ਹੇ ਦਾ ਟੌਪਰ ਹੈ ਪਟਿਆਲੇ ਸ਼ਹਿਰ ਦਾ ਬੱਚਾ ਨਹੀਂ ਹੈ, ਸਾਡੇ ਪਿੰਡਾਂ ਦੇ ਬੱਚੇ ਉੱਥੇ ਟੌਪ ਕਰਕੇ ਨਿਕਲ ਰਹੇ ਹਨ ਲਗਾਤਾਰ ਪਿਛਲੇ 5-6 ਸਾਲਾਂ ਦੇ। 3 ਸਕੂਲ ਹਨ, ਫਤਿਹਗੜ੍ਹ ਛੰਨਾ, ਬਲਵੇੜਾ ਤੇ ਰੀਤ ਖੇੜੀ ਜੋ ਪਟਿਆਲੇ ਦੇ ਆਸ-ਪਾਸ ਪਿੰਡਾਂ ਦੇ ਹਨ। ਤੇ ਇਨ ਸਕੂਲਾਂ ਦੇ ਆਪਸ ਇਹਨਾਂ ਦਾ ਹੀ ਕੰਪੀਟੀਸ਼ਨ ਹੈ ਕਿ ਕਿਹੜਾ ਸਕੂਲ ਦਾ ਬੱਚਾ ਫਸਟ ਆਏਗਾ ਜੀ। ਸੋ ਉਹ ਅਸੀਂ ਹੁਣ ਡਿਵੀਡੈਂਡ ਦੇਖ ਰਹੇ ਹਾਂ, ਸਾਰੀ ਦੁਨੀਆ ਵਿੱਚ ਬੱਚੇ ਜਾ ਰਹੇ ਹਨ, ਹਾਇਰ ਐਜੂਕੇਸ਼ਨ ਲੈ ਰਹੇ ਹਨ, ਕੰਟਰੀਬਿਊਟ ਕਰ ਰਹੇ ਹਨ। ਇਸ ਸਾਲ ਸਾਡਾ ਇੱਕ ਪੜ੍ਹਿਆ ਹੋਇਆ ਬੱਚਾ ਮੁਕਤਸਰ ਦਾ ਉਹ ਸਿਵਲ ਸਰਵਿਸ ਐਗਜ਼ਾਮ ਵਿੱਚ IAS ਦੇ ਐਗਜ਼ਾਮ ਵਿੱਚ 33rd ਪੋਜੀਸ਼ਨ ਲੈ ਕੇ ਉਹ ਹੁਣ ਸਿਲੈਕਟ ਹੋਇਆ ਉੱਥੇ। ਸੋ ਜਦ ਇਹੋ ਜਿਹੇ ਬੱਚੇ ਜਦ ਬਾਹਰ ਨਿਕਲਣਗੇ ਮੈਨੇਜਰੀਅਲ ਪੋਜੀਸ਼ਨ ਵਿੱਚ ਆਉਣਗੇ ਔਰ ਉਹਨਾਂ ਦਾ ਜੋ ਕੰਟੈਕਟ ਪਏਗਾ ਬਹੁਤ ਸਾਰੇ ਲੋਕਾਂ ਨਾਲ ਆਏਗਾ। ਇੱਕ ਸਾਡੇ ਸਕੂਲ ਦਾ ਬੱਚਾ ਜੋ ਮੈਨੇਜਰ ਬਣੇਗਾ ਉਸਦੇ ਮਨ ਵਿੱਚ ਪਿਆਰ, ਦਇਆ, ਕਰੁਣਾ, ਕੰਪੈਸ਼ਨ, ਪਰਉਪਕਾਰ ਦੀ ਭਾਵਨਾ ਹੋਏਗੀ। ਸੋ ਤੁਸੀਂ ਸਮਝ ਸਕਦੇ ਹੋ ਕਿ ਜੋ ਉਸਦੇ ਨੀਚੇ 50, 60, 100 ਬੰਦਾ ਕੰਮ ਕਰ ਰਿਹਾ ਹੈ ਉਸਨਾਂ ਵਿੱਚ ਕਿਤਨੀ ਖੁਸ਼ਹਾਲੀ ਆ ਜਾਏਗੀ। ਤੇ ਇਹ ਜੋ ਕੰਟਰੀਬਿਊਸ਼ਨ ਆ ਰਹੀ ਹੈ ਇਹ ਉਹ ਵਿੱਦਿਆ ਦਾ ਲੰਗਰ ਜੋ ਸ਼ੁਰੂ ਹੋਇਆ ਸੀ 1986 ਵਿੱਚ ਉਸਦਾ ਅਸੀਂ ਇੰਪੈਕਟ ਦੇਖਣ ਲੱਗ ਪਏ ਹਾਂ ਜੀ। ਧੰਨਵਾਦ ਡਾਕਟਰ ਸਾਹਿਬ। ਮੈਨੂੰ ਇਹ ਵੀ ਪਤਾ ਲੱਗਿਆ ਸੀ ਕਿ ਜਦੋਂ ਆਪਾਂ ਬੜੂ ਸਾਹਿਬ ਨੇ ਇਹ 17 ਸਕੂਲਾਂ ਤੋਂ ਅੱਗੇ ਐਕਸਪੈਂਡ ਕਰਨਾ ਸ਼ੁਰੂ ਕੀਤਾ ਕਿ ਬਹੁਤ ਸਾਰੇ ਲੋਕਾਂ ਨੇ ਆ ਕੇ ਜਦੋਂ ਅਪੀਲ ਕਰਨੀ ਸ਼ੁਰੂ ਕੀਤੀ ਤਾਂ ਬਹੁਤਿਆਂ ਨੇ ਡੋਨੇਟ ਵੀ ਕੀਤੀ ਜਗ੍ਹਾ ਸਕੂਲਾਂ ਵਾਸਤੇ। ਔਰ ਸਾਡੇ ਵਿੱਚ ਅੱਜ ਭਾਈ ਸਾਹਿਬ ਭਾਈ ਰਜਿੰਦਰਪਾਲ ਸਿੰਘ ਜੀ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਰਟੌਲਾ ਪਿੰਡ ਦੇ ਵਿੱਚ ਜੋ ਕਿ ਸੁਨਾਮ ਦੇ ਨੇੜੇ ਆ ਆਪਣੀ ਜ਼ਮੀਨ ਦੇ ਉੱਤੇ ਅਕਾਲ ਅਕੈਡਮੀ ਨੂੰ ਦੇਖ ਕੇ ਉੱਥੇ ਅਕਾਲ ਅਕੈਡਮੀ ਬਣਵਾਈ। ਮੈਂ ਭਾਈ ਸਾਹਿਬ ਜੀ ਆਪ ਜੀ ਤੋਂ ਵੀ ਇਹ ਜਾਣਨਾ ਚਾਹੁੰਦੇ ਹਾਂ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਸ ਤਰੀਕੇ ਨਾਲ ਤੁਹਾਨੂੰ ਇਹ ਚੀਜ਼ ਟੁੰਬੀ ਕਿ ਤੁਸੀਂ ਇਹ ਮਤਲਬ ਕਿ ਆਪਣੀ ਜ਼ਮੀਨ ਜਿਹੜੀ ਹੈ ਉਹ ਦੇ ਕੇ ਉੱਥੇ ਅਕਾਲ ਅਕੈਡਮੀ ਬਣਵਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲ ਦੇ ਵਿੱਚ ਜੀ ਅਸੀਂ 2003 ਦੇ ਐਂਡ 'ਚ ਆ ਗਏ ਸੀ ਇੱਥੇ, ਪਰ ਬੱਚਿਆਂ ਦੀ ਪੜ੍ਹਾਈ ਸੀ ਇੱਥੇ। ਮੇਰੇ ਵੱਡੇ ਬੇਟੇ ਨੇ ਜੋ ਡਿਗਰੀ ਕੀਤੀ 2007 ਦੀ ਗੱਲ ਹੈ ਸ਼ਾਇਦ, ਅਤੇ ਉਦੋਂ ਅਸੀਂ ਉਹ ਡਿਗਰੀ ਵੰਡ ਸਮਾਰੋਹ ਦੇਖਣ ਗਏ ਵੇਨ ਸਟੇਟ ਯੂਨੀਵਰਸਿਟੀ ਦੇ ਵਿੱਚ। ਅਤੇ ਉੱਥੇ ਮੈਨੂੰ ਨਾ ਮਤਲਬ ਦੇਖ ਕੇ ਅਚੰਭਾ ਹੀ ਲੱਗਿਆ ਜਾਂ ਖੁਸ਼ੀ ਵੀ ਹੋਈ ਕਿ ਇੱਕ ਮੇਰਾ ਬੇਟਾ ਪੱਗ ਵਾਲਾ ਸੀ, ਇੱਕ ਬੜੂ ਸਾਹਿਬ ਦੀ ਲੜਕੀ ਪੱਗ ਵਾਲੀ ਸੀ, ਦੋ ਜਣੇ ਪੱਗ ਵਾਲੇ ਸੀਗੇ। ਅਤੇ ਉਸ ਗੱਲ ਨੂੰ ਬਹੁਤ ਜ਼ਿਆਦਾ ਮੈਨੂੰ ਚੁਭੀ ਵੀ ਅਤੇ ਮੈਨੂੰ ਚੰਗੀ ਵੀ ਲੱਗੀ। ਅਤੇ ਫਿਰ ਉਸ ਗੱਲ ਤੋਂ ਫਿਰ ਮੈਨੂੰ ਥੋੜ੍ਹਾ ਜਿਹਾ ਹੋਇਆ ਵੀ ਹਾਂ ਜੇ ਇਹ ਇੱਥੇ ਤੱਕ ਬੱਚੇ ਆਉਂਦੇ ਨੇਗੇ ਕਰਦੇ ਨੇ ਬਿਨਾਂ ਕਿਸੇ, ਦੇਖੋ ਉਹ ਆਈ ਵੀ ਬੜੂ ਸਾਹਿਬ ਵੱਲੋਂ ਹੀ ਸੀਗੀ। ਅਤੇ ਫਿਰ ਮੈਂ ਕਿਹਾ ਵੀ ਹਾਂ ਇਹ ਕੁਛ ਦੇਰ ਪਿੱਛੋਂ ਇਹ ਆ ਗਿਆ ਕਿ ਅਸੀਂ 100 ਅਕੈਡਮੀਆਂ ਖੋਲ੍ਹਣੀਆਂ ਨੇ ਪਿੰਡਾਂ ਦੇ ਵਿੱਚ। ਅਤੇ ਮੈਨੂੰ ਐਂ ਲੱਗਿਆ ਵੀ ਹੁਣ ਵਧੀਆ ਮੌਕਾ ਆਇਆ, ਕਿਉਂਕਿ ਜਦੋਂ ਤੋਂ ਮੈਂ ਪੜ੍ਹਦਾ ਰਿਹਾ ਪਿੰਡ ਦੇ ਵਿੱਚ 5ਵੀਂ ਤੱਕ ਦਾ ਸਕੂਲ ਸੀ। 60 ਸਾਲ ਹੋ ਗਏ, ਅੱਜ ਵੀ ਹਲੇ 5ਵੀਂ ਤੱਕ ਹੀ ਹੈ ਜੀ। ਅਤੇ ਬੱਚੀਆਂ ਨੂੰ ਸਾਡੀਆਂ ਨੂੰ ਬਸ ਪਿੰਡ ਦੀਆਂ ਧੀਆਂ ਨੂੰ ਜਾਂ 5ਵੀਂ ਕਰਾਉਂਦੇ ਸੀ ਜਾਂ ਵੱਧ ਤੋਂ ਵੱਧ ਨਾਲ ਜਿਹੜੇ ਵੱਡੇ ਪਿੰਡ ਸੀ 2 ਉੱਥੇ 8ਵੀਂ ਤੱਕ ਦਾ ਸਕੂਲ ਉੱਥੇ ਤੱਕ ਚੱਲ ਜਾਂਦੀਆਂ ਸੀਗੀਆਂ। ਅਤੇ ਇਹ ਇੱਕ ਓਪਰਚੁਨਿਟੀ ਇੱਦਾਂ ਦੀ ਲੱਗੀ ਕਿ ਇਹਦੇ ਨਾਲ ਸਾਨੂੰ ਨਾਲੇ ਤਾਂ ਬੱਚੀਆਂ ਨੂੰ ਖਾਸ ਕਰਕੇ ਇਹ ਹੋ ਜਾਊਗਾ ਕਿ ਉਹਨਾਂ ਨੂੰ ਪੜ੍ਹਾਈ ਦਾ ਚਾਂਸ ਮਿਲੂਗਾ ਪਿੰਡ ਦੇ ਵਿੱਚ ਹੀ,
ਨੰਬਰ 2 ਤੇ ਗੁਰਬਾਣੀ ਦੇ ਨਾਲ ਜੁੜਦੀਆਂ ਨੇ, ਪਹਿਰਾਵਾ ਵਧੀਆ, ਸੰਗੀਤ, ਗੱਤਕਾ, ਸਾਰਾ ਕੁਝ ਸੋਹਣਾ ਲੱਗਿਆ। ਤੇ ਉਸ ਕਰਕੇ ਵੀ ਇਹ ਜਿਹੜੀ ਚਿਣਗ ਜੀ ਉੱਠੀ ਤੇ ਮੈਂ 1-2 ਬੰਦਿਆਂ ਨਾਲ ਗੱਲ ਕੀਤੀ ਜਿਨ੍ਹਾਂ ਤੋਂ ਮੈਨੂੰ ਉਮੀਦ ਸੀ ਕਿ ਆਪਾਂ ਇੱਦਾਂ ਕਰੀਏ। ਉਹ ਡਿਸਕਰੇਜ ਕਰਨ ਵਾਲੇ ਜ਼ਿਆਦਾ ਸੀਗੇ, ਉਹ ਕਿਹੜਾ ਹੋਊਗਾ ਇੱਥੇ ਪੜ੍ਹਨ, ਕਿਹਨੇ ਉਹ ਹੋਣਾ, ਛੱਡੋ ਪਰਾਂ। ਪਰ ਚਲੋ ਫਿਰ ਮੇਰੇ ਇਹੀ ਦਿਮਾਗ 'ਚ ਆਈ ਵੀ ਤੂੰ ਇੰਨੇ ਜੋਗਾ ਹੈਗਾ। ਮੈਂ ਭਾਈ ਸਾਹਿਬ ਨਾਲ ਵੀ ਗੱਲ ਕੀਤੀ, ਜਿਹੜੇ ਨੇਕ ਰਿਸ਼ਤੇਦਾਰ ਹੁੰਦੇ ਨੇਗੇ, ਉਹ ਚੰਗੀ ਸਿੱਖਿਆ ਦਿੰਦੇ ਨੇ। ਇਹਨਾਂ ਨੇ ਮੈਨੂੰ ਕਿਹਾ ਵੀ ਇਸ ਤੋਂ ਵਧੀਆ ਇਨਵੈਸਟਮੈਂਟ ਹੋਰ ਕੋਈ ਨਹੀਂ। ਉਹ ਇੱਕ ਸੈਂਟੈਂਸ ਇਹਨਾਂ ਦਾ ਹੁਣ ਤੱਕ ਮੈਨੂੰ ਯਾਦ ਹੈ। ਅਤੇ ਉਹਦੇ ਕਰਕੇ ਫਿਰ ਘਰ ਸਲਾਹ ਕਰਕੇ ਅਸੀਂ ਇਹ ਸੋਚ ਲਿਆ ਕਿ ਹਾਂ ਇਹ ਕੰਮ ਕਰਨਾ ਜ਼ਰੂਰੀ ਹੈ, ਪਿੰਡ ਦੇ ਵਿੱਚ ਅਕੈਡਮੀ ਹੋਣੀ ਬਹੁਤ ਜ਼ਰੂਰੀ ਹੈ। ਅਤੇ ਉਹਦੇ ਕਰਕੇ ਹੁਣ ਇਹ ਹਾਲ ਹੋਇਆ ਕਿ 10 ਕੁ ਦਿਨ ਹੋਏ ਨੇ ਮੈਂ ਪਿੰਡ ਫੋਨ ਕੀਤਾ ਸੀਗਾ। ਉਹਨੇ ਮੈਨੂੰ ਸਾਡੇ ਕਲੱਬ ਦਾ ਪ੍ਰਧਾਨ ਹੈ ਮੁੰਡਾ, ਉਹਨੇ ਦੱਸਿਆ ਕਿ ਆਪਣੇ 10ਵੀਂ ਦਾ ਪਾਸ ਆਊਟ ਹੋ ਗਿਆ ਜੀ, 10ਵੀਂ ਦਾ ਨਤੀਜਾ ਵੀ ਵਧੀਆ ਨਿਕਲਿਆ। ਅਤੇ ਉਹਦੇ 'ਚੋਂ ਜਿਹੜੀਆਂ ਬੱਚੀਆਂ 2 ਬੱਚੀਆਂ ਤਾਂ ਅਬਵ 93% ਲੈ ਗਈਆਂ ਅਤੇ 80% ਵਾਲੀਆਂ ਵੀ ਹੈਗੇ ਨੇਗੇ ਆਪਣੇ ਪਿੰਡੋਂ ਵੀ। ਮਤਲਬ ਬਹੁਤ ਵਧੀਆ ਉਪਰਾਲਾ, ਜਿਹੜਾ ਮਤਲਬ ਸਾਨੂੰ ਐਂ ਲੱਗਿਆ ਵੀ ਫਲ ਲੱਗ ਗਿਆ ਜਿਹੜਾ ਬੂਟੇ ਨੂੰ ਅਸੀਂ ਬੀਜਿਆ ਸੀਗਾ। ਬਹੁਤ ਬਹੁਤ ਧੰਨਵਾਦ ਸਰਦਾਰ ਰਜਿੰਦਰ ਸਿੰਘ ਜੀ, ਤੁਸੀਂ ਅੱਜ ਸਾਡੇ ਵਿੱਚ ਇੱਥੇ ਆ ਕੇ ਸੰਗਤਾਂ ਨੂੰ ਤੁਸੀਂ ਦੱਸਿਆ, ਦਰਸ਼ਕਾਂ ਨੂੰ ਤੁਸੀਂ ਇਸ ਮਹਾਨ ਕਾਜ ਵਿੱਚ ਜਿਹੜਾ ਤੁਸੀਂ ਯੋਗਦਾਨ ਪਾਇਆ, ਔਰ ਤੁਸੀਂ ਕਿਸ ਤਰੀਕੇ ਨਾਲ ਤੁਸੀਂ ਉਸ ਚੀਜ਼ ਦੇ ਵਿੱਚ ਅੱਜ ਖੁਸ਼ ਹੋ ਕੇ ਤੁਸੀਂ ਉਹ ਬੂਟਾ ਜਿਹੜਾ ਲਾਇਆ ਸੀ ਉਹਦੇ ਤੁਹਾਨੂੰ ਫਲ ਮਿਲ ਰਹੇ ਨੇ। ਦਰਸ਼ਕੋ, ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਆਪ ਜੀ ਦੇ ਨਾਲ ਇਸੇ ਤਰੀਕੇ ਨਾਲ ਗੱਲਬਾਤ ਜਾਰੀ ਰਹੇਗੀ। ਦਰਸ਼ਕੋ, ਅੱਜ ਦਾ ਮੁੱਦਾ ਪ੍ਰੋਗਰਾਮ ਦੇਖ ਰਹੇ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜਸ TV ਦੇ ਉੱਪਰ। ਸਾਡੇ ਨਾਲ ਪੈਨਲ ਦੇ ਵਿੱਚ ਹੁਣ 2 ਨਵੇਂ ਪੈਨਲਿਸਟ ਜੁੜੇ ਨੇ। ਪ੍ਰਭਜੋਤ ਕੌਰ ਜੋ ਕਿ ਬੜੂ ਸਾਹਿਬ ਦੇ ਐਕਸ ਸਟੂਡੈਂਟ ਨੇ, ਅਤੇ ਰਵੀਦੀਪ ਕੌਰ ਮੁਕਤਾ ਜਿਸਨੂੰ ਕਿ ਜਿਨ੍ਹਾਂ ਨੂੰ ਆਪ ਜੀ ਨੇ ਬਹੁਤ ਵਾਰੀ ਉਹਨਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ TV ਦੇ ਉੱਤੇ, ਜੋ ਕਿ ਬੜੂ ਸਾਹਿਬ ਦੀ ਸੇਵਾ ਦੇ ਵਿੱਚ ਹਮੇਸ਼ਾ ਹੀ ਤੋਂ ਲੱਗੇ ਹੋਏ ਨੇ। ਸੋ ਮੈਂ ਸਭ ਤੋਂ ਪਹਿਲਾਂ ਪ੍ਰਭਜੋਤ ਕੌਰ ਜੀ ਨੂੰ ਆਪ ਜੀ ਨਾਲ ਇੰਟਰੋਡਕਸ਼ਨ ਕਰਾਉਣਾ ਚਾਹੁੰਦਾ ਕਿ ਉਹ 3ਰੀ ਕਲਾਸ ਤੋਂ ਬੜੂ ਸਾਹਿਬ ਦੇ ਵਿੱਚ ਚਲੇ ਗਏ ਸੀ, ਔਰ ਉਹਨਾਂ ਨੇ ਆਪਣੀ ਪੜ੍ਹਾਈ 12ਵੀਂ ਤੱਕ ਬੜੂ ਸਾਹਿਬ ਦੇ ਵਿੱਚੋਂ ਕੰਪਲੀਟ ਕਰਕੇ ਇੱਥੇ ਆ ਕੇ ਵੇਨ ਸਟੇਟ ਯੂਨੀਵਰਸਿਟੀ ਦੇ ਵਿੱਚੋਂ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਕੀਤੀ, ਅਤੇ ਅੱਜ ਉਹ GM ਦੇ ਵਿੱਚ ਬਕਾਇਦਾ ਐਜ਼ ਏ ਇੰਜੀਨੀਅਰ ਜੋਬ ਕਰ ਰਹੇ ਨੇ। ਅਤੇ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਦਾ ਇਸ ਇੰਸਟੀਟਿਊਸ਼ਨ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਲਾਈਫ ਦੇ ਵਿੱਚ ਕਿਸ ਤਰੀਕੇ ਦੀਆਂ ਚੇਂਜਸ ਆਈਆਂ ਡਿਊ ਟੂ ਦਿਸ ਇੰਸਟੀਟਿਊਸ਼ਨ, ਔਰ ਕੀ ਉਹਨਾਂ ਦੇ ਪ੍ਰਭਾਵ ਨੇ। ਪ੍ਰਭਜੋਤ ਕੌਰ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਇਸ ਜੀਵਨ ਦੇ ਉੱਤੇ ਥੋੜ੍ਹੀ ਝਲਕ ਪਾਓ। ਥੈਂਕ ਯੂ। ਮੈਂ ਪ੍ਰਭਜੋਤ ਕੌਰ, ਮੈਂ ਬੜੂ ਸਾਹਿਬ ਤੋਂ ਹੀ 3rd ਤੋਂ ਲੈ ਕੇ 12th ਤੱਕ ਐਜੂਕੇਸ਼ਨ ਕੰਪਲੀਟ ਕੀਤੀ ਸਾਰੀ ਜੀ। ਮੇਰੇ ਪੇਰੈਂਟਸ, ਅਸੀਂ 2 ਸਿਸਟਰਸ ਨੇ, ਮੇਰੀ ਇੱਕ ਯੰਗਰ ਸਿਸਟਰ ਹੈਗੀ ਹੈ। ਮੇਰੇ ਪੇਰੈਂਟਸ ਨੇ ਸਕੂਲ ਲੱਭਣਾ ਸੀ ਇੱਦਾਂ ਦਾ ਜਿਹੜਾ ਸਾਨੂੰ ਵਧੀਆ ਐਜੂਕੇਸ਼ਨ ਦੇ, ਤਾਂ ਬੜੂ ਸਾਹਿਬ ਦੀ ਢਾਡੀ ਜਥਾ ਆਇਆ ਸੀਗਾ ਸੋਹਾਣੇ ਗੁਰਦੁਆਰੇ। ਮੇਰੇ ਪੇਰੈਂਟਸ ਉੱਥੇ ਸਮਾਗਮ 'ਤੇ ਗਏ ਸੀ। ਉੱਥੇ ਜਦੋਂ ਜਥਾ ਸੁਣਿਆ ਤਾਂ ਉਹਨਾਂ ਨੂੰ ਲੱਗਿਆ ਇਹ ਸਕੂਲ ਵਧੀਆ ਹੋਏਗਾ ਸਾਡੇ ਲਈ। ਅਤੇ ਜਦੋਂ ਉਸ ਤੋਂ ਬਾਅਦ ਫਿਰ ਅਸੀਂ ਉੱਥੇ ਹੀ ਸੀ। ਮੈਂ 3rd ਤੋਂ 12th ਉੱਥੇ ਕੀਤੀ। ਮੇਰੀ ਸਿਸਟਰ ਨੇ UKG ਤੋਂ 12th ਅਤੇ ਅੱਗੇ ਈਵਨ ਕਿ ਬੈਚਲਰਸ ਵੀ ਯੂਨੀਵਰਸਿਟੀ ਤੋਂ ਕੀਤੀ, ਇਟਰਨਲ ਯੂਨੀਵਰਸਿਟੀ ਤੋਂ ਕੀਤੀ। ਮੇਰਾ ਐਕਸਪੀਰੀਅੰਸ ਉੱਥੇ ਬਿਲਕੁਲ ਪੋਜ਼ੀਟਿਵ ਸੀਗਾ। ਆਈ ਵੁੱਡ ਸੇ ਆਮ ਲਾਈਵ ਐਗਜ਼ਾਮਪਲ ਦੈਟ ਐਜੂਕੇਸ਼ਨ ਜਿਹੜੀ ਉੱਥੇ ਦਿੱਤੀ ਜਾਂਦੀ ਹੈ ਵਰਲਡ ਕਲਾਸ ਐਜੂਕੇਸ਼ਨ ਹੈਗੀ ਹੈ, ਦ ਬੈਸਟ ਐਜੂਕੇਸ਼ਨ। ਬਿਯੋਂਡ ਐਜੂਕੇਸ਼ਨ ਜਿਹੜੀਆਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਨੇ, ਸਪੋਰਟਸ ਨੇ, ਸਪਿਰਿਚੁਅਲ ਤਾਂ ਹੈਗੀ ਹੈ, ਬਟ ਈਵਨ ਇੱਕ ਆਲ ਰਾਊਂਡਡ ਬਣਾਉਂਦੇ ਆ ਬੱਚੇ ਨੂੰ, ਨਾਟ ਜਸਟ ਐਜੂਕੇਸ਼ਨ ਔਰ ਸਪਿਰਿਚੁਅਲ, ਐਵਰੀਥਿੰਗ ਗੋਜ਼ ਹੈਂਡ ਇਨ ਹੈਂਡ। ਸੋ ਮੈਨੂੰ ਬੜੂ ਸਾਹਿਬ ਤੋਂ ਹੀ ਸਕਾਲਰਸ਼ਿਪ ਮਿਲੀ ਸੀ ਇੱਥੇ ਆਉਣ ਲਈ। ਸੋ ਮੈਂ ਬੈਚਲਰਸ ਜਿਹੜੀ ਇੱਥੇ ਕੀਤੀ ਹੈ ਬੜੂ ਸਾਹਿਬ ਦੀ ਹੀ ਸਕਾਲਰਸ਼ਿਪ 'ਤੇ ਕੀਤੀ ਹੈ। ਸੋ ਜੇ ਮੈਨੂੰ ਸਕਾਲਰਸ਼ਿਪ ਨਾ ਮਿਲਦੀ, ਆਈ ਵੁੱਡ ਨਾਟ ਹੈਵ ਬੀਨ ਹੀਅਰ, ਇਟ ਵੁੱਡ ਹੈਵ ਬੀਨ ਸਮਵੇਅਰ ਐਲਸ। ਸੋ ਜਦੋਂ ਤੁਸੀਂ ਇੱਥੇ ਆਏ ਅਮਰੀਕਾ ਦੇ ਵਿੱਚ, ਤੁਹਾਡੀ ਟ੍ਰਾਂਜੀਸ਼ਨ ਹੋਈ ਇੰਡੀਆ ਤੋਂ, ਤੁਸੀਂ ਯੂਨੀਵਰਸਿਟੀ ਦੇ ਮਾਹੌਲ ਦੇਖਿਆ ਇੱਥੇ ਆ ਕੇ ਯੂਨੀਵਰਸਿਟੀ ਦੇ ਵਿੱਚ। ਸੋ ਵਰ ਯੂ ਏਬਲ ਟੂ ਸੇ ਕਿ ਵੀ ਆਈ ਕੈਨ ਕੀਪ ਅਪ ਵਿਦ ਦੀਸ ਪੀਪਲ, ਔਰ ਜਾਂ ਤੁਹਾਨੂੰ ਇੱਦਾਂ ਲੱਗਦਾ ਸੀ ਕਿ ਮੇਰੇ ਵਿੱਚ ਕੁਛ ਕਮੀਆਂ ਹੈਗੀਆਂ ਨੇ, ਮਤਲਬ ਕਿੱਦਾਂ? ਹਾਂਜੀ। ਸੋ ਜਦੋਂ ਬੜੂ ਸਾਹਿਬ ਤੋਂ ਇੱਥੇ ਆਏ, ਜਿਹੜੇ ਫਸਟ ਈਅਰ ਸੀਗਾ
ਇੱਥੇ ਕਾਲਜਸ ਦੇ ਵਿੱਚ ਉਹਨੂੰ ਪ੍ਰੀ ਕਾਲਜ ਸਮਥਿੰਗ ਕਹਿ ਲਓ, ਬਟ ਦੇ ਆਰ ਬੇਸਿਕਲੀ ਫਿਜ਼ਿਕਸ ਜਿਹੜੇ ਬੇਸਿਕ ਕੋਰਸਿਸ ਹੁੰਦੇ ਬੇਸਿਕ ਸਬਜੈਕਟਸ ਹੁੰਦੇ ਨੇ। ਹਾਂਜੀ, ਉਹੀ ਹੁੰਦੇ ਆ ਫਰਸਟ ਈਅਰ ਆਫ ਕਾਲਜ। ਜੀ। ਆਈ ਵੁੱਡ ਸੇ ਜਿਹੜੀ ਮੈਨੂੰ ਉੱਥੇ ਐਜੂਕੇਸ਼ਨ ਮਿਲੀ ਸੀਗੀ, ਬਿਕਾਜ਼ ਆਫ ਦੈਟ ਆਈ ਵਾਜ਼ able to just clear those classes just with the test, you know, I didn't have to spend the semester ਉਹ class ਲੈਣ ਲਈ। That's amazing। ਹਾਂਜੀ, ਹਾਂ, so education is top notch। ਥੈਂਕ ਯੂ ਵੈਰੀ ਮੱਚ ਤੁਹਾਡਾ ਫਸਟ ਹੈਂਡ ਐਕਸਪੀਰੀਅੰਸ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰਨ ਦਾ। ਡਾਕਟਰ ਸਾਹਿਬ, ਤਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਵੀ ਜੋ ਅੱਜ ਸਾਡੇ ਪੰਜਾਬ ਦੇ ਹਾਲਾਤ ਨੇ, ਜੋ ਅੱਜ ਸਾਡੇ ਸਾਹਮਣੇ ਸਿਚੁਏਸ਼ਨਸ ਨੇ, ਅਸੀਂ ਜੋ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਆਪਾਂ ਡੀਲ ਕਰ ਰਹੇ ਹਾਂ, ਉਹਦੇ ਵਿੱਚ ਅਸੀਂ ਜਿਹੜੇ ਬਾਹਰ ਬੈਠੇ ਲੋਕ ਹਾਂ, ਕਿਸ ਤਰੀਕੇ ਨਾਲ ਉਹਦੇ ਵਿੱਚ ਅਸੀਂ ਯੋਗਦਾਨ ਪਾ ਸਕਦੇ ਹਾਂ, ਔਰ ਜਿਹੜੀਆਂ ਪ੍ਰੋਬਲਮਸ ਅੱਜ ਅਸੀਂ ਆਇਡੈਂਟੀਫਾਈ ਕਰ ਸਕਦੇ ਹਾਂ ਉਹ ਕਿਹੜੀਆਂ ਪ੍ਰੋਬਲਮਸ ਨੇ, ਅਤੇ ਕੀ ਉਹਨਾਂ ਦੇ ਆਪਾਂ ਸੋਲੂਸ਼ਨਸ ਕਿਸ ਤਰੀਕੇ ਨਾਲ ਉਹਨਾਂ ਨੂੰ, ਕਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਮਿਟੀਗੇਟ ਕਰ ਸਕਦੇ ਹਾਂ, ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਦੇ ਉੱਤੇ ਅਸੀਂ ਅਮਲ ਕਰ ਸਕਦੇ ਹਾਂ ਪ੍ਰੋਬਲਮਸ ਨੂੰ ਸੋਲਵ ਕਰਨ ਵਿੱਚ। ਪ੍ਰੋਬਲਮਸ ਤੇ ਜੀ ਪੰਜਾਬ ਦੀਆਂ ਅਸੀਂ ਰੋਜ਼ ਹੀ ਟੈਲੀਵਿਜ਼ਨ ਡਿਬੇਟਸ ਤੇ ਹੋਰ ਡਰਾਇੰਗ ਰੂਮਾਂ 'ਚ ਬੈਠ ਕੇ ਡਿਸਕਸ਼ਨ ਰਾਹੀਂ ਅਸੀਂ ਜਾਣੂ ਹੋ ਗਏ ਹਾਂ ਪ੍ਰੋਬਲਮਸ ਕੀ ਹੈਗੀਆਂ। ਜੀ। ਇੰਡਸਟਰੀਅਲ ਡਿਵੈਲਪਮੈਂਟ ਪੰਜਾਬ ਵਿੱਚ ਨਹੀਂ ਹੋਈ। ਜੀ। ਜਿਹੜਾ ਯੂਥ ਹੈ ਉਸ ਨੂੰ ਕੁਝ ਸਾਹਮਣੇ ਦਿਖ ਨਹੀਂ ਰਿਹਾ ਕਿ ਮੈਂ ਕੀ ਕਰਾਂ। ਜੀ। ਇਸ ਟਾਈਮ ਜਿਹੜਾ ਮੇਲ ਲੜਕੇ ਹੈ ਜੋ ਸਾਡੇ ਸਕੂਲਾਂ ਦੇ, ਉਹਨਾਂ ਦੀ ਐਸਪੀਰੇਸ਼ਨ ਇਤਨੀ ਘਟ ਗਈ ਹੈ ਜੀ ਕਿ ਪੁੱਛੋ ਕਿਸੇ ਬੱਚੇ ਨੂੰ ਕਿ ਭਾਈ ਤੂੰ ਕੀ ਕਰਨਾ ਚਾਹੁੰਦਾ ਹੈ, ਤੇ ਉਸਦਾ ਇੱਕੋ ਹੀ ਆਬਜੈਕਟਿਵ ਹੁੰਦਾ ਕਿ ਮੈਂ ਆਇਲਟਸ ਪਾਸ ਕਰਕੇ ਜਲਦੀ ਤੋਂ ਜਲਦੀ ਉੱਥੇ ਜਾ ਕੇ ਕੈਨੇਡਾ ਚਲੇ ਜਾਵਾਂ। ਸੋਚ ਹੀ ਖਤਮ ਹੋ ਗਈ ਹੈ ਕਿ ਵੀ ਮੈਂ ਹਾਇਰ ਐਜੂਕੇਸ਼ਨ ਕਰਨੀ ਹੈ। ਜੀ। ਸੋ ਇਹ ਇੱਕ ਬੜੀ ਵੱਡੀ ਸਾਡੇ ਵਾਸਤੇ ਵੱਡਾ ਚੈਲੰਜ ਹੈ। ਜੇ ਇਸ ਨੂੰ ਅਸੀਂ ਐਡਰੈਸ ਨਹੀਂ ਕੀਤਾ ਤੇ ਅਸੀਂ ਇਹ ਥਰਡ ਕੰਜ਼ੈਕਟਿਵ ਜਨਰੇਸ਼ਨ ਲੂਜ਼ ਕਰ ਜਾਵਾਂਗੇ। ਜੀ। ਪਹਿਲੀ ਅਸੀਂ ਲੂਜ਼ ਕੀਤੀ ਜਦੋਂ ਮੂਵਮੈਂਟ ਸੀ ਬੱਚਿਆਂ ਦੀ, ਬਹੁਤ ਬੱਚੇ ਸਾਡੇ ਸ਼ਹੀਦ ਹੋਏ। ਜੀ। ਦੂਸਰੀ ਅਸੀਂ ਲੂਜ਼ ਕੀਤੀ ਜਦ ਬੱਚੇ ਸਾਡੇ ਐਡਿਕਟ ਹੋਣ ਲੱਗ ਪਏ, ਨਸ਼ੇ ਵੱਲ ਤੁਰ ਪਏ। ਜੀ। ਹੁਣ ਇਹ ਤੀਸਰੀ ਸਾਡੀ ਜੋ ਜਨਰੇਸ਼ਨ ਹੈ ਇਹ ਬਿਨਾਂ ਵਿੱਦਿਆ ਗ੍ਰਹਿਣ ਕੀਤੇ ਬਾਹਰ ਜਾ ਰਹੀ ਹੈ। ਹੁਣ ਇੱਥੇ ਸ਼ੁਭਦੇਵ ਸਿੰਘ ਜੀ ਸੀਗੇ, ਉਹਨਾਂ ਨੇ ਹਾਇਰ ਐਜੂਕੇਸ਼ਨ ਲੈ ਕੇ ਇੱਥੇ ਆਏ ਤੇ ਇੱਥੇ ਉਹਨਾਂ ਨੇ ਹਾਇਰ ਐਜੂਕੇਸ਼ਨ ਕੀਤੀ। ਇਹ ਬੱਚੀ ਪ੍ਰਭਜੋਤ ਆਈ ਹੈ, ਇੱਥੇ ਹਾਇਰ ਐਜੂਕੇਸ਼ਨ ਕਰਨ ਆਈ ਹੈ। ਸੰਸਥਾ ਨੇ ਉਸ ਨੂੰ ਪੂਰਾ ਸਪੋਰਟ ਕੀਤਾ ਉਸਦੀ ਐਜੂਕੇਸ਼ਨ ਨੂੰ, ਕਿਉਂਕਿ ਸਾਡੇ ਜੋ 94 ਅੱਛੇ ਬੱਚੇ ਜੋ ਹੁਣ ਤੱਕ ਨਿਕਲੇ ਆ ਸਕੂਲ ਦੇ, ਉਹਨਾਂ 'ਚੋਂ ਇੱਕ ਬੱਚੀ ਸੀ। ਸੋ ਅਸੀਂ ਉਸ ਸਮੇਂ ਮਹਾਂਪੁਰਸ਼ਾਂ ਨੇ ਇਹ ਪ੍ਰੋਗਰਾਮ ਬਣਾਇਆ ਸੀ ਕਿ ਅਸੀਂ ਸਾਰੀ ਅਕੈਡਮੀਆਂ 'ਚੋਂ ਮਿਲਾ ਕੇ ਜਿਹੜੇ ਸਾਡੇ ਟੌਪ ਦੇ ਬੱਚੇ ਹਨ ਉਹ 2 ਜਾਂ 3 ਬੱਚੇ ਅਸੀਂ ਹਰ ਸਾਲ ਇੱਥੇ ਭੇਜਿਆ ਕਰਾਂਗੇ। ਪਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਬੈਚ ਤੋਂ ਬਾਅਦ ਅਸੀਂ, ਕਿਉਂਕਿ ਫਾਈਨੈਂਸ਼ੀਅਲ ਪ੍ਰੋਬਲਮਸ ਸਾਡੀਆਂ ਆ ਗਈਆਂ, ਸਕੂਲ ਅਸੀਂ ਹੋਰ ਖੋਲ੍ਹਣ ਲੱਗ ਪਏ ਤੇ ਅਸੀਂ ਉਸ ਡ੍ਰੀਮ ਨੂੰ ਪਰਸੂ ਨਹੀਂ ਕਰ ਪਾਏ। ਪਰ ਸਾਡੀ ਹੁਣ ਸਾਰੇ ਵੀਰਾਂ ਅੱਗੇ, ਭੈਣਾਂ ਅੱਗੇ ਇਹੀ ਬੇਨਤੀ ਹੈ ਕਿ ਅਸੀਂ ਇਨ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਦਿਵਾ ਕੇ ਹੀ ਇੱਥੇ ਭੇਜਣਾ ਹੈ। ਜੀ। ਦੂਸਰੀ ਸਮੱਸਿਆ ਜੋ ਪੰਜਾਬ ਦੀ ਹੈ ਉਹ ਹੈ ਕਿ ਸਾਡੇ ਲੈਂਡ ਹੋਲਡਿੰਗਸ ਬਹੁਤ ਛੋਟੀਆਂ ਹੋ ਗਈਆਂ। ਸਾਡੇ ਜਿਹੜੇ ਕਿਸਾਨ ਵੀਰ ਹੈਗੇ ਉਹ ਉਸ ਲੈਂਡ ਹੋਲਡਿੰਗ ਤੇ ਸਸਟੇਨ ਨਹੀਂ ਕਰ ਪਾ ਰਹੇ, ਅਨਸਸਟੇਨੇਬਲ ਹੋ ਗਈਆਂ ਲੈਂਡ ਹੋਲਡਿੰਗਸ। ਜੀ। ਹੱਲ ਕੀ ਹੈ? ਹੱਲ ਇਹ ਹੈ ਕਿ ਸਾਡਾ ਹਰ ਪਰਿਵਾਰ ਦਾ ਬੱਚਾ ਐਜੂਕੇਟ ਹੋ ਕੇ ਪਰਿਵਾਰ ਨੂੰ ਸਪੋਰਟ ਕਰ ਸਕੇ। ਜੀ। ਅਗੇਨ ਹੱਲ ਇਹੀ ਹੈ ਕਿ ਬੱਚੇ ਨੂੰ ਐਜੂਕੇਟ ਕੀਤਾ ਜਾਏ। ਜੀ। ਤੀਸਰੀ ਸਮੱਸਿਆ ਜੋ ਅੱਜ ਕੱਲ੍ਹ ਕਾਫੀ ਇੱਕ ਪ੍ਰਚਲਿਤ ਹੋ ਗਈ ਹੈ, ਕਾਮਨ ਹੋ ਗਈ ਹੈ, ਉਹ ਹੈ ਕਿ ਅਸੀਂ ਇਹ ਸੁਣ ਰਹੇ ਹਾਂ ਕਿ ਸਾਡੇ ਬਹੁਤ ਸਾਰੇ ਗਰੀਬ ਜੋ ਸਾਡੇ ਕੌਮ ਦੇ ਲੋਕ ਹਨ ਉਹ ਈਸਾਈ ਧਰਮ ਨੂੰ ਅਪਣਾ ਰਹੇ ਹਨ। ਬੜਾ ਵੱਡਾ ਚੈਲੰਜ ਹੈ ਸਾਡੇ ਵਾਸਤੇ। ਸਾਡੇ ਵਾਸਤੇ ਇਹ ਹੁਲਾਰਾ ਹੈ ਸਾਡੇ ਵਾਸਤੇ। ਜੇ ਅਸੀਂ ਦੇਖੀਏ ਤਾਂ ਸਿਮਿਲਰ ਸਿਚੁਏਸ਼ਨ ਯਹੂਦੀਆਂ ਦੀ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ। ਹਤਾਸ਼ ਨਹੀਂ ਹੋਈ ਕੌਮ। ਜੋ ਉਹਨਾਂ ਨੇ ਮੈਜਰ ਇੰਪਲੋਏ ਕੀਤਾ ਸੀਗਾ, ਇਹੀ ਲੋੜ ਹੈ ਸਾਨੂੰ ਅਜੇ ਮੈਜਰ ਇੰਪਲੋਏ ਕਰਨ ਦੀ। ਉਹਨਾਂ ਨੇ ਨਾਰਾ ਕਰ ਦਿੱਤਾ ਕਿ ਬੱਚੇ ਦੀ ਹਰ ਯਹੂਦੀ ਬੱਚੇ ਦੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਕੌਮ ਦੀ ਹੈ, ਮਾਤਾ ਪਿਤਾ ਦਾ ਕੇਵਲ ਫਰਜ਼ ਹੈ ਬੱਚੇ ਪੈਦਾ ਕਰਨਾ। ਹਰ ਯਹੂਦੀ ਬੱਚਾ, ਮਾਂ ਜਦ ਬੱਚਾ ਪੈਦਾ ਹੋ ਜਾਂਦਾ ਹੈ 3 ਸਾਲ ਦਾ ਹੋ ਜਾਂਦਾ ਹੈ ਤੇ ਉਸ ਨੂੰ ਸਭ ਤੋਂ ਪਹਿਲਾਂ ਉਹ ਹੈਬਰਿਊ ਭਾਸ਼ਾ ਸਿਖਾਉਂਦੇ ਹੈਗੇ। 5 ਸਾਲ ਦੇ ਬੱਚੇ ਨੂੰ ਉਹ ਜਿਹੜਾ ਉਹਨਾਂ ਦਾ ਵੀਕਲੀ ਕੌਂਗਰੀਗੇਸ਼ਨ ਹੈ ਸ਼ੁੱਕਰਵਾਰ ਦਾ, ਉੱਥੇ ਜਾ ਕੇ ਸ਼ਬਦ ਉਹਨਾਂ ਦਾ ਹੁੰਦਾ ਹੈ, ਉਸ 'ਤੇ ਜਾ ਕੇ ਪਾਰਟੀਸਿਪੇਟ ਕਰਾਉਂਦੇ ਹੈਗੇ।
ਸੋ ਅਸੀਂ ਰਿਜ਼ਲਟ ਕੀ ਹੋਇਆ ਕਿ ਅੱਜ ਦੀ ਡੇਟ ਵਿੱਚ ਪਿਛਲੇ 50 ਸਾਲਾਂ 'ਚ ਉਹਨਾਂ ਨੇ ਇਤਨੀ ਤਰੱਕੀ ਕੀਤੀ ਹੈ ਕਿ ਪੂਰੀ ਦੁਨੀਆ ਤੇ ਰਾਜ ਕਰ ਰਹੇ ਹਨ ਜੀ। ਸੋ ਸਾਨੂੰ ਵੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਭਾਲ ਲਈਏ, ਅਸੀਂ ਉਨ ਗਰੀਬ ਪਰਿਵਾਰਾਂ ਨੂੰ ਸੰਭਾਲ ਲਈਏ ਜੋ ਇਕਨੋਮਿਕਲੀ ਚੈਲੰਜ ਹਨ, ਔਰ ਇਹ ਸਾਰੇ ਜ਼ਿਆਦਾਤਰ ਇਹ ਬਾਰਡਰ ਬੈਲਟਸ ਵਿੱਚ ਹਨ ਜੀ। ਮਹਾਪੁਰਸ਼ਾਂ ਦੀ ਇਹ ਸੋਚ ਸ਼ੁਰੂ ਤੋਂ ਹੀ ਸੀ। ਸਾਨੂੰ ਕਈ ਵਾਰੀ ਉਹ ਕਹਿੰਦੇ ਸੀ ਕਿ ਬਈ ਉੱਥੇ ਅਸੀਂ ਸਕੂਲ ਖੋਲੀਏ ਜਿੱਥੇ ਕਨਵੈਂਟ ਸਕੂਲ ਖੁੱਲੇ ਹੋਏ ਹਨ ਬਾਰਡਰ ਏਰੀਆ ਵਿੱਚ। ਦਾਸ ਨੂੰ ਉਦੋਂ ਗੱਲ ਸਮਝ ਨਹੀਂ ਆਉਂਦੀ ਸੀ ਕਿ ਮਹਾਪੁਰਸ਼ ਕੀ ਇਸ਼ਾਰਾ ਕਰ ਰਹੇ ਹਨ। ਜੀ। ਅੱਜ ਜੋ ਸਥਿਤੀ ਹੋ ਗਈ ਹੈ, ਪੈਦਾ ਹੋ ਗਈ ਹੈ, ਹੁਣ ਗੱਲ ਸਮਝ ਆਉਂਦੀ ਹੈ ਕਿ ਬਾਬਾ ਜੀ ਕੀ ਗੱਲ ਕਰਦੇ ਸੀ ਕਿ ਬਾਬਾ ਇਕਬਾਲ ਸਿੰਘ ਜੀ ਕਿਉਂ ਉਹਨਾਂ ਨੇ ਉੱਥੇ ਸਕੂਲ ਖੁਲਵਾਏ ਹੈਗੇ। ਹੁਣ ਗੱਲ ਇਹ ਹੈ ਜੀ ਕਿ ਸਾਡੇ ਕੋਲ ਆਪਸ਼ਨਸ ਬੜੀ ਕਲੀਅਰ ਹੈ। ਵੀ ਆਰ ਐਟ ਦ ਕ੍ਰਾਸ ਰੋਡਸ। ਜੀ। ਅਸੀਂ ਡਰਾਇੰਗ ਰੂਮਾਂ 'ਚ ਬੈਠ ਕੇ ਡਿਸਕਸ਼ਨ ਕਰਕੇ ਇਸ ਨੂੰ ਮੁੱਦੇ ਨੂੰ ਖਤਮ ਕਰ ਦੇਣਾ ਜੀ, ਜਾਂ ਅਸੀਂ ਜੋ ਐਗਜ਼ਿਸਟਿੰਗ ਜਾਂ ਪਾਸਟ ਗਵਰਨਮੈਂਟਸ ਨੂੰ ਕ੍ਰਿਟਿਸਾਈਜ਼ ਕਰਕੇ ਇੱਕ ਮੁੱਦਾ ਖਤਮ ਕਰ ਦੇਣਾ ਹੈ, ਜਾਂ ਅਸੀਂ ਐਜ਼ ਅ ਕਮਿਊਨਿਟੀ ਇਸ ਨੂੰ ਫੇਸ ਕਰਨਾ ਹੈ ਔਰ ਆਪਣੇ ਬੱਚੇ ਸੰਭਾਲਨੇ ਹੈ। ਜੀ। ਮਹਾਪੁਰਸ਼ਾਂ ਨੇ ਇਨਫਰਾਸਟ੍ਰਕਚਰ ਕ੍ਰੀਏਟ ਕਰ ਦਿੱਤਾ ਹੈ ਇਹ ਬੱਚੇ ਸੰਭਾਲਣ ਵਾਸਤੇ, ਪੜ੍ਹਾਉਣ ਵਾਸਤੇ। ਹੁਣ ਲੋੜ ਇਸ ਚੀਜ਼ ਦੀ ਹੈ ਕਿ ਸਾਡੇ ਦੇਸ਼ ਵਿਦੇਸ਼ ਦੇ ਸਾਰੇ ਜਿਤਨੇ ਪਰਿਵਾਰ ਹਨ, ਜਿਹੜੇ ਸੰਪੰਨ ਪਰਿਵਾਰ ਹਨ, ਜਿਹੜੇ ਅਫੋਰਡ ਕਰ ਸਕਦੇ ਹਨ, ਉਹ ਆਪਣੇ ਬੱਚੇ ਤੇ ਪੜ੍ਹਾਈ ਰਹੇ ਹਾਂ ਅਸੀਂ। ਪਰ ਜੇ ਹਰ ਪਰਿਵਾਰ ਜੋ ਸੰਪੰਨ ਹੈ ਇੱਕ ਹੋਰ ਬੱਚਾ ਸਪੋਰਟ ਕਰਨ ਲੱਗ ਪਏ, ਉਸ ਦੀ ਐਜੂਕੇਸ਼ਨ ਬਹੁਤ ਥੋੜਾ ਜਿਹਾ ਖਰਚਾ ਹੈ। ਮੁਕਤਾ ਜੀ ਡਿਟੇਲ ਦੱਸਣਗੇ ਕਿੰਨਾ ਖਰਚਾ ਹੋ ਰਿਹਾ ਹੈ, ਪਰ ਬਹੁਤ ਥੋੜਾ ਖਰਚਾ ਹੈ। ਜੇ ਇਹ ਹਰ ਪਰਿਵਾਰ ਆਪਣੀ ਜ਼ਿੰਮੇਵਾਰੀ ਸਮਝ ਲਏ ਤੇ ਇਹ ਜੋ ਸਮੱਸਿਆਵਾਂ ਹਨ ਪੰਜਾਬ ਦੀਆਂ, ਬਿਨਾਂ ਸਰਕਾਰ ਦੀ ਇਨਵੋਲਵਮੈਂਟ ਦੇ ਅਸੀਂ ਇਸ ਦਾ ਹੱਲ ਲੱਭ ਲਵਾਂਗੇ। ਇੱਕੋ ਹੀ ਇੱਕ ਤਰੀਕਾ ਹੈ ਇਸ ਸਾਰੀ ਸਮੱਸਿਆਵਾਂ ਦਾ ਸਮਾਧਾਨ ਕਿ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦਿੱਤੀ ਜਾਏ। ਉਨ ਬੱਚਿਆਂ ਵਿੱਚ ਐਸੇ ਦੈਵੀ ਗੁਣ ਪਾਏ ਜਾਣ ਕਿ ਉਹ ਬੱਚੇ ਜਦ ਆਪਣੀ ਐਜੂਕੇਸ਼ਨ ਕੰਪਲੀਟ ਕਰ ਲੈਂਦੇ ਹੈ, ਉਹਨਾਂ ਦੇ ਮਨ ਵਿੱਚ ਇਹ ਪਿਆਰ ਹੋਏ ਬਾਕੀ ਲੁਕਾਈ ਵਾਸਤੇ ਕਿ ਵੀ ਮੈਨੂੰ ਤੇ ਕਿਸੇ ਨੇ ਪੜ੍ਹਾ ਦਿੱਤਾ ਹੈ, ਹੁਣ ਮੈਂ ਬਾਕੀ ਲੋਕਾਂ ਨੂੰ ਵੀ ਮੈਂ ਹੈਲਪ ਕਰਨਾ ਹੈ। ਸੋ ਇਹੋ ਜਿਹੇ ਅੱਛੇ ਬੱਚੇ ਜੇ ਪੜ੍ਹ ਕੇ ਨਿਕਲਣਗੇ ਤਾਂ ਜੋ ਅੱਜ ਸੰਸਾਰ ਦੀ ਜੋ ਸਮੱਸਿਆ ਹੈ ਥ੍ਰੈਟ ਟੂ ਪੀਸ, ਉਸ ਵਿੱਚ ਵੀ ਇਹ ਬਹੁਤ ਕੰਟਰੀਬਿਊਟ ਕਰਨਗੇ। ਪਿਆਰ ਦਾ ਇਤਨਾ ਮੈਸੇਜ ਫੈਲਾ ਦੇਣਗੇ ਕਿ ਲੜਾਈਆਂ ਆਪੇ ਹੀ ਘਟਣ ਲੱਗ ਪੈਣਗੀਆਂ। ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਇਹ ਐਲਾਨ ਕੀਤਾ ਸੀ 1954 ਵਿੱਚ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਇੱਕ ਉੱਥੇ ਕਾਨਫਰੰਸ ਸੀਗੀ ਵੇਜ਼ ਟੂ ਐਸਟੈਬਲਿਸ਼ ਪਰਮਾਨੈਂਟ ਪੀਸ, ਤੇ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਆਪਣੇ ਇਸ਼ਟ ਸੰਤ ਅਤਰ ਸਿੰਘ ਮਹਾਰਾਜ ਜੀ ਦੇ ਹੁਕਮਾਂ ਅਨੁਸਾਰ ਉੱਥੇ ਇਹ ਐਲਾਨ ਕੀਤਾ ਇੱਕੋ ਹੀ ਇੱਕ ਤਰੀਕਾ ਹੈ ਪੀਸ ਐਸਟੈਬਲਿਸ਼ ਕਰਨ ਦਾ, ਉਹ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅਧਿਆਤਮ ਦੇ ਨਾਲ ਜੋੜੀਏ, ਐਸੇ ਦੈਵੀ ਗੁਣ ਦੇ ਦਈਏ ਤਾਂ ਕਿ ਉਹ ਉਹਨਾਂ ਦੀ ਹਉਮੈ ਕਾਬੂ ਵਿੱਚ ਰਹੇ, ਉਹਨਾਂ ਦੀ ਜੋ ਹੈਜੀਮਨਿਸਟਿਕ ਜੋ ਟੈਂਡੈਂਸੀ ਹੁੰਦੀ ਹੈ ਆਦਮੀ ਦੀ ਉਹ ਕਰਬਡ ਰਹੇ। ਸੋ ਉਹ ਇਹ ਅਕਾਲ ਅਕੈਡਮੀਆਂ ਐਸੇ ਬੱਚੇ ਪੈਦਾ ਕਰ ਰਹੀਆਂ ਹਨ, ਐਸੇ ਬੱਚੇ ਕਮਿਊਨਿਟੀ ਨੂੰ ਦੇ ਰਹੀਆਂ ਹਨ। ਅਸੀਂ ਐਜ਼ ਅ ਕਮਿਊਨਿਟੀ ਹੁਣ ਇਹ ਮਹਾਪੁਰਸ਼ਾਂ ਨੇ ਜੋ ਇਹ ਮੁਹਿੰਮ ਚਲਾਇਆ ਹੈ ਉਸ ਵਿੱਚ ਕੰਟਰੀਬਿਊਟ ਕਰੀਏ। ਇੱਕ ਤੇ ਜੋ ਕਰਜ਼ਾ ਚੜਿਆ ਸੰਸਥਾ ਦੇ ਉੱਪਰ 30 ਕਰੋੜ ਦਾ, ਅਸੀਂ ਅਨਨੈਸੈਸਰੀਲੀ ਪੰਥ ਦਾ ਪੈਸਾ ਬੈਂਕਾਂ ਨੂੰ ਲੋਨ ਵਾਪਸ ਕਰਨ 'ਚ ਦੇ ਰਹੇ ਹਾਂ। ਔਰ ਇਹ ਜੋ ਕਰਜ਼ਾ ਹੈ 7-8-9% ਤੇ ਕਰਜ਼ਾ ਹੈ, ਉਹ ਪੰਥ ਦਾ ਪੈਸਾ ਹੈ ਜੋ ਵੇਸਟ ਹੋ ਰਿਹਾ। ਅਸੀਂ ਜਲਦੀ ਤੋਂ ਜਲਦੀ ਉਹ ਕਰਜ਼ਾ ਉਤਾਰਨ 'ਚ ਮਦਦ ਕਰੀਏ। ਦੂਸਰਾ, ਅਸੀਂ ਇਹ ਬੱਚੇ ਅਪਣਾ ਲਈਏ। ਇਨਫਰਾਸਟ੍ਰਕਚਰ ਹੈ 1.25 ਲੱਖ ਬੱਚੇ ਪੜ੍ਹਾਉਣ ਦਾ, ਇਸ ਸਮੇਂ ਉੱਥੇ 60,000 ਬੱਚਾ ਪੜ੍ਹ ਰਿਹਾ ਹੈ। 60,000 ਬੱਚਾ ਹੋਰ ਥੋੜ੍ਹੀ ਜਿਹੀ ਇਨਵੈਸਟਮੈਂਟ ਦੇ ਨਾਲ ਬੜੇ ਆਰਾਮ ਨਾਲ ਪੜ੍ਹ ਸਕਦਾ ਹੈ, ਪਰ ਸੰਸਥਾ ਕੋਲ ਇਹ ਪੈਸੇ ਨਹੀਂ ਹੈ ਫਿਲਹਾਲ ਕਿ ਇਤਨੇ ਬੱਚਿਆਂ ਨੂੰ ਪੜ੍ਹਾ ਸਕਣ, ਨਾ ਭਾਰ ਚੁੱਕ ਸਕਣ। ਅਸੀਂ ਤੇ ਭਾਈ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਹਨ, ਅਸੀਂ ਉਹਨਾਂ ਨੂੰ ਆਪਣੀ ਹੈਸੀਅਤ ਤੋਂ ਜ਼ਿਆਦਾ, ਜਿੱਦਾਂ ਇਹ ਸਾਡੀ ਹੈਸੀਅਤ ਸੀ 3,000 ਬੱਚਿਆਂ ਦੀ, ਅਸੀਂ ਸਪੋਰਟ ਕਰੀਏ। ਹੁਣ ਅਸੀਂ 5,000 ਇਸ ਸਾਲ 2,000 ਬੱਚੇ ਹੋਰ ਲੈ ਲਏ ਹਨ ਤਾਂ ਕਿ ਅਸੀਂ ਇਸ ਪ੍ਰੋਬਲਮ ਨੂੰ ਸੰਗਤ ਦੇ ਅੱਗੇ ਰੱਖ ਸਕੀਏ ਕਿ ਬਈ ਅਸੀਂ ਇਹ ਸਪੋਰਟ ਕਰਕੇ ਪੰਜਾਬ ਨੂੰ ਬਚਾ ਲਈਏ। ਇੱਕੋ ਇੱਕ ਤਰੀਕਾ ਹੈ ਪੰਜਾਬ ਨੂੰ ਬਚਾਉਣ ਦਾ, ਪੰਜਾਬ ਨੂੰ ਦੁਬਾਰਾ ਹਰਾ ਭਰਾ ਕਰਨ ਦਾ, ਕੁਆਲਿਟੀ ਐਜੂਕੇਸ਼ਨ ਟੂ ਆਵਰ ਚਿਲਡਰਨ। ਥੈਂਕ ਯੂ ਡਾਕਟਰ ਸਾਹਿਬ। ਦਰਸ਼ਕੋ, ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ। ਬੜਾ ਹੀ ਇੰਪੋਰਟੈਂਟ ਗੱਲਬਾਤ ਚੱਲ ਰਹੀ ਹੈ ਐਜੂਕੇਸ਼ਨ ਦੇ ਉੱਪਰ, ਪੰਜਾਬ ਦੀ ਐਜੂਕੇਸ਼ਨ ਦੇ ਉੱਪਰ, ਕਿਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਆ। ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਇਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਇੰਟਰੋਡਿਊਸ ਕਰਾਇਆ ਪ੍ਰਭਜੋਤ ਕੌਰ ਨੂੰ
ਜਿਹੜੀ ਕਿ ਬੜੂ ਸਾਹਿਬ ਦੇ ਵਿੱਚੋਂ 12ਵੀਂ ਤੱਕ ਆਪਣੀ ਐਜੂਕੇਸ਼ਨ ਲੈ ਕੇ ਆਏ ਔਰ ਉਸ ਤੋਂ ਬਾਅਦ ਬੜੂ ਸਾਹਿਬ ਦੀ ਆਰਗੇਨਾਈਜੇਸ਼ਨ ਨੇ ਉਹਨਾਂ ਨੂੰ ਸਕਾਲਰਸ਼ਿਪ ਦੇ ਕੇ ਇੱਥੇ ਅਮਰੀਕਾ ਦੇ ਵਿੱਚ ਵੇਨ ਸਟੇਟ ਯੂਨੀਵਰਸਿਟੀ ਦੇ ਵਿੱਚ ਭੇਜਿਆ। ਉਹਨਾਂ ਨੇ ਇੱਥੋਂ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਖਤਮ ਕੀਤੀ, ਜੋ ਅੱਜ GM ਦੇ ਵਿੱਚ ਐਜ਼ ਏ ਇੰਜੀਨੀਅਰ ਆਪਣੀ ਪ੍ਰੋਫੈਸ਼ਨਲ ਡਿਗਰੀ ਦੇ ਬੇਸਿਸ 'ਤੇ ਉਹ ਜੌਬ ਕਰ ਰਹੇ ਨੇ। ਦਰਸ਼ਕੋ, 2 ਕਿ 3 ਹਫ਼ਤੇ ਪਹਿਲੇ ਸੈਕਰਾਮੈਂਟੋ ਦੇ ਵਿੱਚ ਇੱਕ ਗਦਰੀ ਬਾਬਿਆਂ ਦੇ ਉੱਤੇ ਪ੍ਰੋਗਰਾਮ ਕੀਤਾ ਗਿਆ ਔਰ ਮੈਂ ਉੱਥੇ ਜਾ ਕੇ ਇੱਕ ਚੀਜ਼ ਲਰਨ ਕੀਤੀ ਔਰ ਮੈਂ ਬੜਾ ਹੈਰਾਨ ਹੋਇਆ ਕਿ ਗਦਰੀ ਬਾਬੇ ਜਦੋਂ ਇੱਥੇ ਅਮਰੀਕਾ ਦੇ ਵਿੱਚ ਆਏ, ਉਹਨਾਂ ਨੇ ਦੇ ਕੋਲੇ ਵੀ ਇੰਨੀ ਵਿਜ਼ਨ ਸੀ ਕਿ ਉਹਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਸਕਾਲਰਸ਼ਿਪ ਦੇਣੇ ਸ਼ੁਰੂ ਕੀਤੇ ਸੀ ਗਦਰੀ ਬਾਬਿਆਂ ਨੇ, ਜਿਹੜੇ ਇੰਡੀਆ ਤੋਂ ਬੱਚੇ ਲਿਆ ਕੇ ਉਹਨਾਂ ਨੇ ਸੈਨ ਫਰਾਂਸਿਸਕੋ ਬਰਕਲੇ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣੇ ਸ਼ੁਰੂ ਕੀਤੇ ਸੀ ਔਰ ਇੱਥੋਂ ਤੱਕ ਕੀਤਾ ਸੀ ਕਿ ਬਰਕਲੇ ਦੇ ਵਿੱਚ ਉਹਨਾਂ ਨੇ ਇੱਕ ਹਾਊਸ ਬਾਈ ਕੀਤਾ ਸੀ। ਉਸ ਘਰ ਦੇ ਵਿੱਚ ਬੱਚਿਆਂ ਦੇ ਰਹਿਣ ਵਾਸਤੇ ਉਹਨਾਂ ਨੇ ਜਗ੍ਹਾ ਬਣਾਈ ਹੋਈ ਸੀ। ਮੈਂ ਬੜਾ ਆਈ ਵਾਜ਼ ਅਸਟੋਨਿਸ਼ਡ ਵਿਦ ਦੈਟ ਉਹਨਾਂ ਦੀ ਵਿਜ਼ਨ ਵਾਸਤੇ। ਸਾਨੂੰ ਅੱਜ ਸਾਰੇ ਗੁਰੂ ਘਰਾਂ ਨੂੰ ਰਲ ਕੇ ਇੱਕ ਕੋਈ ਇਸ ਤਰੀਕੇ ਦਾ ਸਕਾਲਰਸ਼ਿਪ ਦਾ ਪ੍ਰੋਗਰਾਮ ਜ਼ਰੂਰ ਸ਼ੁਰੂ ਕਰਨਾ ਚਾਹੀਦਾ ਅੱਜ, ਤਾਂ ਕਿ ਜੋ ਬੱਚਿਆਂ ਨੂੰ ਅਸੀਂ ਇੱਥੇ ਇੰਡੀਆ ਤੋਂ ਹਾਇਰ ਐਜੂਕੇਸ਼ਨ ਵਾਸਤੇ ਆਉਣ, ਅਸੀਂ ਉਹਨਾਂ ਨੂੰ ਸਪੋਰਟ ਕਰ ਸਕੀਏ। ਸੋ ਇਹ ਮੇਰੀ ਆਪ ਸਭ ਨੂੰ ਗੁਜ਼ਾਰਿਸ਼ ਹੈ ਔਰ ਇਸ ਦੇ ਉੱਤੇ ਆਪਾਂ ਜ਼ਰੂਰ ਧਿਆਨ ਦੇਈਏ। ਔਰ ਜੋ ਰਵੀਦੀਪ ਕੌਰ ਮੁਕਤਾ ਜੀ ਦਾ ਨੰਬਰ ਸਕਰੋਲ ਹੋ ਰਿਹਾ, ਤੁਸੀਂ ਉਹਨਾਂ ਨੂੰ ਵੀ ਕੰਟੈਕਟ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਇਸ ਗਰੁੱਪ ਦੇ ਵਿੱਚ ਜ਼ਰੂਰ ਪਾਰਟਿਸਿਪੇਟ ਕਰੀਏ। ਉਸ ਤੋਂ ਇਲਾਵਾ ਜੋ ਬੜੂ ਸਾਹਿਬ ਦੇ ਪ੍ਰੋਗਰਾਮ ਚੱਲ ਰਹੇ ਨੇ, ਜੋ ਇੰਡੀਆ ਦੇ ਵਿੱਚ ਬੈਕ ਇੰਡੀਆ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਨੇ, ਸਾਡੇ ਕੋਲ ਅੱਜ ਰਵੀਦੀਪ ਕੌਰ ਮੁਕਤਾ ਜੀ, ਜੋ ਕਿ ਹਮੇਸ਼ਾ ਆਪ ਜੀ ਦੇ ਨਾਲ ਰੂਬਰੂ ਹੁੰਦੇ ਨੇ, ਉਹ ਤੁਹਾਨੂੰ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਚੱਲ ਰਹੇ ਪ੍ਰੋਗਰਾਮਾਂ ਦੇ ਵਿੱਚ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਪਾਰਟਿਸਿਪੇਟ ਕਰਕੇ ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਚੇਂਜ ਕਰ ਸਕਦੇ ਹਾਂ। ਰਵੀਦੀਪ ਕੌਰ ਮੁਕਤਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਵੀਰ ਜੀ, ਜਿਵੇਂ ਬਾਬਾ ਜੀ ਨੇ ਦੱਸਿਆ ਕਿ ਬੱਚੇ ਅਸੀਂ ਆਲਰੇਡੀ ਲਏ ਹੋਏ ਨੇ, ਸੋ ਅਸੀਂ ਕਿਸ ਤਰ੍ਹਾਂ ਸਪੋਰਟ ਕਰ ਸਕਦੇ ਹਾਂ। ਅਸੀਂ ਇੱਕ ਬੱਚੇ ਦਾ 1 ਸਾਲ ਦਾ ਜਿਹੜਾ ਪੜ੍ਹਾਈ ਦਾ ਖਰਚਾ ਹੈਗਾ ਵੇ ਉਹ $500 ਹੈਗਾ ਵੇ ਜੀ, ਜਿਹਦੇ ਵਿੱਚ ਸਕੂਲ ਫੀਸ, ਟਿਊਸ਼ਨ ਫੀ, ਉਹਦੀ ਯੂਨੀਫਾਰਮ ਤੇ ਟਰਾਂਸਪੋਰਟੇਸ਼ਨ, ਬੁੱਕਸ ਦਾ ਖਰਚਾ, ਸਾਰਾ ਕੁਝ ਇਨਕਲੂਡ ਹੁੰਦਾ ਹੈ। ਤੇ ਅਸੀਂ ਹਰ ਸਾਲ ਈਅਰਲੀ ਬੇਸ ਤੇ ਕਰ ਸਕਦੇ ਹਾਂ ਜੀ। ਤੇ ਦੂਸਰਾ ਜਿਹੜਾ ਹੈਗਾ ਵੇ ਸਾਡਾ ਪ੍ਰੋਗਰਾਮ, ਉਹ ਹੈਗਾ ਇੰਡੋਮੈਂਟ ਫੰਡ, ਜਿਹਦੇ ਵਿੱਚ ਅਸੀਂ $4000 ਦੇ ਨਾਲ 14 ਸਾਲ ਬੱਚੇ ਦੀ ਪੜ੍ਹਾਈ ਜਿਹੜੀ ਹੈ ਕੰਪਲੀਟ ਉਹਦੀ ਅਸੀਂ ਸਪਾਂਸਰ ਕਰ ਸਕਦੇ ਹਾਂ। ਉਹ ਫੰਡ ਜਿਹੜਾ ਅਕਾਊਂਟ 'ਚ ਡਿਪੋਜ਼ਿਟ ਹੋ ਜਾਂਦਾ, ਉਹਦੇ ਰੇਟ ਆਫ ਇੰਟਰਸਟ ਦੇ ਨਾਲ ਜਿਹੜਾ ਹੈ ਕਿ ਬੱਚੇ ਦੀ ਪੂਰੀ ਪੜ੍ਹਾਈ ਕੰਪਲੀਟ ਜਿਹੜੀ ਹੋ ਜਾਂਦੀ ਹੈ। ਉਹਦੇ ਨਾਲ ਦੇ ਨਾਲ ਕੀ ਨਾਮ ਹੈ, ਫਿਰ 14 ਸਾਲ ਬਾਅਦ ਜਾ ਕੇ ਉਸੇ ਫੰਡ ਦੇ ਉੱਤੇ ਦੂਸਰਾ ਬੱਚਾ ਜਿਹੜਾ ਕਿ ਆ ਕੇ ਰਿਪਲੇਸ ਹੋ ਜਾਂਦਾ ਹੈਗਾ ਵੇ। ਸੋ ਅਸੀਂ ਕ੍ਰੈਡਿਟ ਕਾਰਡ ਦੇ ਥਰੂ ਇਹ ਸੇਵਾ ਕਰ ਸਕਦੇ ਹਾਂ, ਅਸੀਂ ਚੈੱਕ ਦੇ ਥਰੂ ਕਰ ਸਕਦੇ ਹਾਂ, ਅਸੀਂ ਆਨਲਾਈਨ ਤੇ ਜਾ ਕੇ ਕਰ ਸਕਦੇ ਹਾਂ। ਆਪਣੀ ਵੈਬਸਾਈਟ ਹੈਗੀ ਹੈ www.educate2save.com, ਉਹਦੇ ਤੇ ਬੱਚਿਆਂ ਦੀ ਇਨਫੋਰਮੇਸ਼ਨ ਵੀ ਹੈਗੀ ਹੈ। ਬੱਚਾ ਕਿਹੜੀ ਅਕਾਲ ਅਕੈਡਮੀ 'ਚ ਪੜ੍ਹ ਰਿਹਾ, ਉਹਦੀ ਕੀ ਬੈਕਗਰਾਊਂਡ ਹੈ, ਕਿੰਨੇ ਸਾਲ ਦਾ, ਕਿਹੜੀ ਕਲਾਸ ਵਿੱਚ, ਬੱਚਿਆਂ ਦੀਆਂ ਫੋਟੋਜ਼ ਵੀ ਹੁੰਦੀਆਂ ਨੇ। ਤੇ ਅਸੀਂ ਉੱਥੋਂ ਜਾ ਕੇ ਵੀ ਆਪਣੀ ਸਿਲੈਕਟ ਕਰਕੇ ਅਸੀਂ ਬੱਚੇ ਦੀ ਐਜੂਕੇਸ਼ਨ ਨੂੰ ਸਪਾਂਸਰ ਕਰ ਸਕਦੇ ਹਾਂ ਜੀ। ਤੇ ਮੈਂ ਵੀਅਰ ਨੂੰ ਤੇ ਜਿਹੜੀ ਸੰਗਤ ਬੈਠੇ ਹੋਏ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਹੈ ਕਿ 501c ਸਾਡੀ ਚੈਰਿਟੀ ਜਿਹੜੀ ਹੈ ਕਿ ਅੰਡਰ ਰਜਿਸਟਰ ਹੈਗੀ ਹੈ, ਟੈਕਸ ਐਗਜ਼ੈਂਪਟ ਹੈਗੀ ਹੈ। ਤੇ ਸੋ ਅਸੀਂ ਮੰਥਲੀ ਵੀ ਸੈਟਅਪ ਕਰ ਸਕਦੇ ਹਾਂ ਕਿ ਅਗਰ ਅਸੀਂ ਇਕੱਠਾ $500 ਨਹੀਂ ਦੇਣਾ। ਸੋ ਮੈਂ ਤੇ ਸਾਰੀ ਸੰਗਤ ਨੂੰ ਇਹ ਅਪੀਲ ਕਰਾਂਗੀ, ਕਈ ਵਾਰੀ ਹੁੰਦਾ ਕਿ ਅਸੀਂ ਬੱਚੇ ਦੀ ਰਿਸਪੌਂਸਿਬਿਲਿਟੀ ਨਹੀਂ ਲੈ ਸਕਦੇ। ਸੋ ਇਹਦੇ ਵਿੱਚ ਕੋਈ ਰਿਸਪੌਂਸਿਬਿਲਿਟੀ ਵਾਲੀ ਗੱਲ ਨਹੀਂ, ਜਦ ਤੱਕ ਅਸੀਂ ਸੇਵਾ ਕਰ ਸਕਦੇ ਹਾਂ, ਜਦੋਂ ਤੱਕ ਅਸੀਂ ਅਫੋਰਡ ਕਰ ਸਕਦੇ ਹਾਂ। ਅਗਰ ਸਮਹਾਓ ਕੁਝ ਇਸ਼ੂਜ਼ ਹੁੰਦੇ ਨੇ, ਸਾਡੇ ਕੋਈ ਫਾਈਨੈਂਸ਼ੀਅਲ ਚੈਲੰਜਸ ਆ ਜਾਂਦੇ ਨੇ, ਸੋ ਤੁਸੀਂ ਕੋਈ ਓਬਲੀਗੇਟਿਡ ਨਹੀਂ ਕਿ ਤੁਸੀਂ ਅਗਰ ਇੱਕ ਬੱਚਾ ਕਮਿਟ ਕੀਤਾ ਤਾਂ ਤੁਸੀਂ ਹਰ ਸਾਲ ਉਹਨੂੰ ਕਰਨਾ। ਅਗਰ ਨਹੀਂ ਕਰ ਪਾ ਰਹੇ ਸੋ ਦੈਟਸ ਫਾਈਨ, ਸੰਸਥਾ ਤੇ ਬੱਚਾ ਪੜ੍ਹਾਏਗੀ ਜੀ। ਤੇ ਕੀ ਨਾਮ ਹੈ, ਸੋ ਅਸੀਂ ਸਾਰੇ ਜਿੰਨੀ ਵੀ ਬਾਬਾ ਜੀ ਨੇ ਪੂਰੀ ਡਿਸਕਸ਼ਨ, ਸ਼ੁਭਦੇਵ ਵੀਰ ਜੀ ਸੀਗੇ, ਰਜਿੰਦਰ ਵੀਰ ਜੀ, ਸਾਰੇ ਵੱਡਿਆਂ ਨੇ ਇੰਨੇ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਕਿ ਪੰਜਾਬ ਦੇ ਹਰ ਮੁੱਦਾ, ਹਰ ਪ੍ਰੋਬਲਮ ਦਾ ਜਿਹੜਾ ਇੱਕੋ ਹੀ ਹੱਲ ਹੈਗਾ ਵੇ, ਉਹ ਇਹ ਹੈਗਾ ਬੱਚੇ ਪੜ੍ਹਾਓ ਤੇ ਪੰਜਾਬ ਬਚਾਓ। ਬਿਲਕੁਲ ਸਹੀ ਗੱਲ ਹੈ। ਧੰਨਵਾਦ ਤੁਹਾਡਾ ਰਵੀਦੀਪ ਕੌਰ ਜੀ। ਡਾਕਟਰ ਸਾਹਿਬ, ਤੁਸੀਂ ਆਪਣੇ ਵੱਲੋਂ ਇੱਥੋਂ ਦੀਆਂ ਸੰਗਤਾਂ ਨੂੰ, ਇੱਥੋਂ ਦੇ ਦਰਸ਼ਕਾਂ ਨੂੰ ਕੀ ਸੰਦੇਸ਼ਾ ਦੇਣਾ ਚਾਹੁੰਦੇ? ਸੰਦੇਸ਼ਾ ਇਹੀ ਹੈਗਾ ਜੀ ਕਿ ਅਸੀਂ ਸਰਕਾਰਾਂ ਵੱਲ ਹੁਣ ਦੇਖਣਾ ਬੰਦ ਕਰ ਦਈਏ।
ਅਸੀਂ ਇਸ ਪ੍ਰੋਬਲਮ ਨੂੰ ਆਪ ਗ੍ਰੈਪਲ ਕਰੀਏ, ਆਪ ਕਨਫਰੰਟ ਕਰੀਏ ਤੇ ਆਪ ਉਸ ਦਾ ਸੋਲੂਸ਼ਨ ਲੱਭ ਲਈਏ। ਸੋਲੂਸ਼ਨ ਤੇ ਤੁਹਾਡੇ ਸਾਹਮਣੇ ਖੜਾ ਹੈ, ਕੁਆਲਿਟੀ ਐਜੂਕੇਸ਼ਨ ਟੂ ਰੂਰਲ ਚਿਲਡਰਨ। ਇਹੀ ਇੱਕ ਸੋਲੂਸ਼ਨ ਹੈ ਜਿਸ ਦੇ ਨਾਲ ਪੰਜਾਬ ਦੀ ਸਾਰੀ ਸਮੱਸਿਆਵਾਂ ਦਾ ਸਮਾਧਾਨ ਆਪਣੇ ਆਪ ਹੀ ਨਿਕਲ ਜਾਏਗਾ। ਜੀ ਇਸ ਸਮੇਂ ਜੇ ਅਸੀਂ ਦੇਖਦੇ ਹਾਂ ਕਿ ਜਿਹੜਾ ਵੀਟ ਰਾਈਸ ਦਾ ਸਾਈਕਲ ਹੈ ਪੰਜਾਬ, ਉਸ ਨੂੰ ਲੈ ਕੇ ਕਿਸਾਨ ਕੋਲ ਕੋਈ ਆਪਸ਼ਨ ਨਹੀਂ ਹੈ ਕਿ ਉਹੀ ਸਾਈਕਲ ਉਹ ਕਰੇ, ਕਿਉਂਕਿ ਉਸ ਦੀ ਰਿਮਿਊਨਰੇਸ਼ਨ ਹੀ ਕਿਧਰੋਂ ਹੋਰੋਂ ਕ੍ਰੌਪ ਤੋਂ ਨਹੀਂ ਮਿਲਦੀ ਉਸ ਨੂੰ। ਉਹ ਫੋਰਸਡ ਹੋ ਜਾਂਦਾ ਹੈ ਕਿ ਵੀਟ ਰਾਈਸ ਸਾਈਕਲ ਅਪਣਾਏ। ਉਸ ਨਾਲ ਅਸੀਂ ਦੇਖ ਰਹੇ ਹਾਂ ਕਿ ਸਾਡੇ ਵਾਤਾਵਰਣ ਨਾਲ ਵਿੱਚ ਪਾਣੀ ਨਾ ਥੱਲੇ ਚਲੇ ਗਿਆ, ਪੋਲਿਊਸ਼ਨ ਪੈਦਾ ਹੋ ਗਈ ਹੈ, ਇਤਨੇ ਸਾਰੇ ਇਨਸੈਕਟਿਸਾਈਡ ਸਪਰੇ ਕਰਨੇ ਪੈ ਰਹੇ ਹਨ। ਜੇ ਕਿਸਾਨ ਨੂੰ ਪਤਾ ਹੋਏ ਕਿ ਭਾਈ ਮੇਰੇ ਜੋ ਫਾਈਨੈਂਸ਼ੀਅਲ ਆਰਥਿਕ ਸਪੋਰਟ ਹੈ ਉਹ ਮੇਰਾ ਬੱਚਾ ਜੋ ਪੜ੍ਹ ਗਿਆ ਉਹ ਮੈਨੂੰ ਦੇਗਾ, ਤੇ ਉਹ ਨੈਚੁਰਲੀ ਐਗਰੀਕਲਚਰ ਸਾਇੰਟਿਸਟ ਦੀ ਐਡਵਾਈਸ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਤੇ ਦੂਸਰੀ ਕ੍ਰੌਪਸ ਵੀ ਅਪਣਾਉਣ ਦੀ ਕੋਸ਼ਿਸ਼ ਕਰੇਗਾ। ਲੈ ਦੇ ਕੇ ਅਸੀਂ ਜਿਸ ਪਾਸੋਂ ਵੀ ਇਸ ਚੀਜ਼ ਨੂੰ ਦੇਖ ਲਈਏ, ਸੋਲੂਸ਼ਨ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਭਾਲ ਲਈਏ, ਬੱਚਿਆਂ ਨੂੰ ਪੜ੍ਹਾ ਲਈਏ। ਪ੍ਰੋਬਲਮ ਕੀ ਹੈ ਕਿ ਸਾਡੇ ਬੱਚਿਆਂ ਕੋਲ, ਜੋ ਪਿੰਡਾਂ ਦੇ ਬੱਚੇ ਹਨ ਜਿਨ੍ਹਾਂ ਦੇ ਪਰਿਵਾਰ ਵਿੱਚ 2 ਕਿੱਲੇ 2.5 ਕਿੱਲੇ ਜ਼ਮੀਨ ਹੈ, ਜਿੱਥੇ ਕਿ ਉਹਨਾਂ ਦੀ ਬੇਸਿਕ ਸਸਟੇਨੈਂਸ ਜੋ ਐਗਜ਼ਿਸਟੈਂਸ ਹੀ ਨਹੀਂ ਹੋ ਪਾ ਰਹੀ, ਰੋਟੀ ਵੀ ਨਹੀਂ ਚੱਲ ਪਾ ਰਹੀ, ਉਸ ਨੂੰ ਅਸੀਂ ਕਹੀਏ ਭਾਈ ਤੂੰ ਆਪਣੇ ਪੈਸੇ ਖਰਚ ਕੇ ਬੱਚੇ ਨੂੰ ਪੜ੍ਹਾ, ਤੇ ਉਹ ਅਨਜਸਟੀਫਾਈਡ ਅਨਰੀਜ਼ਨੇਬਲ ਡਿਮਾਂਡ ਹੈਗੀ। ਸੋ ਇਹ ਬੀੜਾ ਸਾਨੂੰ ਐਜ਼ ਕੌਮੀ ਤੌਰ ਤੇ ਚੁੱਕਣੀ ਪਏਗੀ। ਜਿਸ ਤਰ੍ਹਾਂ ਯਹੂਦੀਆਂ ਨੇ ਜੂਇਸ਼ ਐਜੂਕੇਸ਼ਨ ਫੰਡ ਇਸਟੈਬਲਿਸ਼ ਕੀਤਾ ਸੀਗਾ 1947 ਵਿੱਚ, ਉਸੀ ਤਰ੍ਹਾਂ ਅੱਜ ਲੋੜ ਪੈ ਗਈ ਹੈ ਸਿੱਖਾਂ ਨੂੰ ਸਿੱਖ ਐਜੂਕੇਸ਼ਨ ਫੰਡ ਇਸਟੈਬਲਿਸ਼ ਕਰਨ ਦੀ। ਜੇ ਅਸੀਂ ਇਹ ਫੰਡ ਇਸਟੈਬਲਿਸ਼ ਕਰ ਲੈਂਦੇ ਹਾਂ ਔਰ ਬੱਚਿਆਂ ਨੂੰ ਅਸੀਂ ਅੱਛੀ ਵਿੱਦਿਆ ਦੇਣ ਲੱਗ ਪੈਂਦੇ ਹਾਂ, ਤੇ ਇਹ ਸਮੱਸਿਆ ਸਾਡੀ ਦੂਰ ਹੋ ਜਾਏਗੀ। ਸਾਡੇ ਬੱਚਿਆਂ ਨੂੰ ਇਤਨਾ ਕੌਨਫੀਡੈਂਸ ਰਹੇਗਾ ਕਿ ਮੇਰੀ ਕੈਪੇਬਿਲਿਟੀ ਇਤਨੀ ਹੈ ਕਿ ਮੈਂ ਅੱਛੀ ਵਿੱਦਿਆ ਲੈ ਕੇ ਅੱਛੇ ਕਾਰੋਬਾਰ ਵਾਸਤੇ ਬਾਹਰ ਜਾਵਾਂਗਾ, ਕੈਨੇਡਾ ਜਾਵਾਂਗਾ ਜ਼ਰੂਰ, ਪਰ PR ਲੈ ਕੇ ਇੱਥੋਂ ਪੜ੍ਹਾਈ ਇਤਨੀ ਕਰ ਲਵਾਂਗਾ, PR ਲੈ ਕੇ ਬਾਹਰ ਜਾਵਾਂਗਾ। ਹੁਣ ਬੱਚੇ ਨੂੰ ਉਹ ਕੌਨਫੀਡੈਂਸ ਨਹੀਂ ਹੈ। ਜਿਹੜੇ 2-2.5 ਕਿੱਲੇ ਘਰ ਵਿੱਚ ਹੈਗੇ ਉਹ ਵੇਚ ਕੇ ਪਿਤਾ ਉਸ ਨੂੰ ਬਾਹਰ ਭੇਜਦਾ ਹੈਗਾ, ਔਰ ਜਿਤਨੇ ਪੈਸੇ ਮਿਲਦੇ ਹਨ ਉਹ ਕੇਵਲ 6-8 ਮਹੀਨੇ ਦਾ ਉਸ ਦੇ ਸਸਟੇਨੈਂਸ ਹੁੰਦੀ ਹੈ। ਉਸ ਤੋਂ ਬਾਅਦ ਬੱਚੇ ਨੂੰ ਜਿਹੜੀ ਕੋਰਸ ਕਰਨ ਜਾ ਰਿਹਾ, ਜੋ ਪੜ੍ਹਾਈ ਕਰਨ ਜਾ ਰਿਹਾ, ਉਹ ਛੋੜ ਕੇ ਧਿਆਨ ਸਾਰਾ ਉਸਦਾ ਆਪਣੇ ਸਸਟੇਨੈਂਸ ਵਾਸਤੇ 2 ਸਾਲ ਦੀ ਫੀਸ ਕੱਢਣ ਦਾ ਉਸਦਾ ਧਿਆਨ ਚਲੇ ਜਾਂਦਾ ਹੈ। ਇਤਨਾ ਬੱਚੇ ਦਾ ਨੈਗੇਟਿਵ ਉਸਦਾ ਇੰਪ੍ਰੈਸ਼ਨ ਪੈਂਦਾ 2-3 ਸਾਲਾਂ ਬਾਅਦ। ਬ੍ਰਿਲੀਅੰਟ ਬੱਚੇ 90, 95, 98% ਮਾਰਕਸ ਲੈ ਕੇ ਉਹ ਰੁੱਲ ਜਾਂਦੇ ਹਨ, ਘਟੀਆ ਜਿਹਾ ਡਿਪਲੋਮਾ ਕਰਕੇ ਉਹ ਬਿਲਕੁਲ ਵਰਥਲੈਸ ਜੌਬ ਵਿੱਚ ਰਹਿ ਜਾਂਦੇ ਹਨ। ਉੱਥੋਂ ਲਾਇਕ ਬੱਚੇ, ਗੱਭਰੂ, ਇਤਨੇ ਜਵਾਨ ਬੱਚੇ ਇੱਥੇ ਆ ਕੇ ਲੇਬਰ ਦਾ ਕੰਮ ਕਰ ਰਹੇ ਹਨ। ਸੋ ਇਹ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਹੈ। ਜੇ ਬੱਚਿਆਂ ਨੂੰ ਅਸੀਂ ਇਹ ਸਮਝਾ ਦਈਏ, ਦੱਸ ਦਈਏ ਕਿ ਵੀ ਕੁਆਲਿਟੀ ਐਜੂਕੇਸ਼ਨ ਲੈਣ ਤੋਂ ਬਾਅਦ ਅਸੀਂ ਹਾਇਰ ਐਜੂਕੇਸ਼ਨ ਵੀ ਉੱਥੇ ਹੀ ਲਈਏ, ਹਿੰਦੁਸਤਾਨ 'ਚ ਲਈਏ, ਤੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਥੇ ਆ ਕੇ PhD ਕਰੀਏ, ਜਾਂ ਪੋਸਟ ਗ੍ਰੈਜੂਏਸ਼ਨ ਕਰੀਏ, ਜਾਂ PR ਲੈ ਕੇ ਇੱਥੇ ਆਈਏ। ਸਾਡੇ ਸਕੂਲ ਦੀ ਪੜੀ ਇੱਕ ਲੜਕੀ, ਜੋ ਦਾਸ ਐਗਜ਼ਾਮਪਲ ਸਿਰਫ ਦੇਗਾ, ਲਾਇਕ ਬੱਚੀ ਸੀ। ਉਸਦਾ ਜਦ ਪੁੱਛਿਆ ਦਾਸ ਨੇ ਉਸਨੂੰ ਕਿ ਬਈ ਤੇਰਾ ਕੀ ਪ੍ਰੋਗਰਾਮ, ਕਹਿੰਦੇ ਮੈਂ IELTS ਕੇ ਬਾਹਰ ਜਾਣਾ ਹੈ। ਮੈਂ ਕਿਹਾ ਵੀ ਤੂੰ ਇਤਨੀ ਲਾਇਕ ਹੈ, ਤੇ 96% ਮਾਰਕਸ हैं, ਤੂੰ ਜ਼ਰੂਰ ਇੱਥੇ ਹਾਇਰ ਐਜੂਕੇਸ਼ਨ। ਲੜਕੀ ਦੇ ਨੂੰ ਗੱਲ ਸਮਝ ਆ ਗਈ, ਉਸਨੇ ਗੱਲ ਮੰਨ ਗਈ। ਉਸਨੇ PGI ਵਿੱਚ ਨਰਸਿੰਗ ਦਾ ਕੋਰਸ ਕਰ ਲਿਆ, BSc ਨਰਸਿੰਗ ਦਾ। ਹੁਣ BSc ਨਰਸਿੰਗ PGI ਦਾ ਕੋਰਸ ਕਰਨ ਤੋਂ ਬਾਅਦ ਉਸਨੂੰ ਡਾਇਰੈਕਟ PR ਮਿਲ ਗਈ ਕੈਨੇਡਾ ਦੀ। ਇੱਥੇ ਆ ਕੇ ਰੈਜ਼ੀਡੈਂਟ ਬਣ ਕੇ, ਲਾਇਕ ਬੱਚੀ ਸੀ, ਉਸਨੇ ਜਦ ਇਮਤਿਹਾਨ ਦਿੱਤਾ ਤੇ ਉਹ ਸਕਾਲਰਸ਼ਿਪ ਸੀਟ MBBS ਦੀ ਲੈ ਲਈ ਬੱਚੀ ਨੇ। ਸੋ ਇਹ ਅਸੀਂ ਚਾਹ ਰਹੇ ਹਾਂ ਕਿ ਬੱਚੇ ਨੂੰ ਇਤਨਾ ਜ਼ਿਆਦਾ ਐਕੈਡੈਮਿਕਲੀ ਸਟਰੋਂਗ ਕਰ ਦਈਏ that she is able to compete with the best of the world। ਸੋ ਇਹ ਤਾਂ ਹੀ ਹੋ ਪਾਏਗਾ ਜੇ ਅਸੀਂ ਉਹਨਾਂ ਦੀ ਪੇਨ ਸਮਝੀਏ, ਉਹਨਾਂ ਦੀ ਆਰਥਿਕ ਕੰਡੀਸ਼ਨ, ਇਕਨੋਮਿਕ ਕੰਡੀਸ਼ਨ ਸਮਝੀਏ, ਤੇ ਨਾਲੇ ਇਹ ਸਮਝ ਲਈਏ ਕਿ ਇਹ ਸਾਡੀ ਜ਼ਿੰਮੇਵਾਰੀ ਵੀ ਹੈ ਉਨ ਬੱਚਿਆਂ ਨੂੰ ਪੜ੍ਹਾਉਣ ਦੀ। ਜੇ ਅਸੀਂ ਆਪਣੇ ਤੱਕ ਸੀਮਿਤ ਰਵਾਂਗੇ ਤੇ ਫਿਰ ਜਿਸ ਪਰਪਸ ਵਾਸਤੇ ਮਹਾਰਾਜ ਨੇ ਇਹ ਕੌਮ ਬਣਾਈ ਸੀ, ਉਸ ਪਰਪਸ ਨੂੰ ਸੋਲਵ ਕਰਨ ਦਾ, ਉਸ ਪਰਪਸ ਦਾ ਅਸੀਂ ਜਸਟੀਫਾਈ ਨਹੀਂ ਕਰ ਪਾਵਾਂਗੇ। ਇਹ ਜੋ ਸਾਡੀ ਕੌਮ ਸੀ ਉਹ ਸੇਵਾ ਵਾਸਤੇ ਬਣਾਈ ਗਈ ਸੀ। ਸੇਵਾ ਸਾਡਾ ਇੱਕ ਫਾਊਂਡੇਸ਼ਨ ਹੈ, ਤੇ ਜੇ ਅਸੀਂ 10ਵਾਂ ਹਿੱਸਾ ਕਮਾਈ ਦਾ ਕੱਢ ਕੇ ਵੀ ਸੇਵਾ ਵਿੱਚ ਨਹੀਂ ਪਾਵਾਂਗੇ, ਫਿਰ ਸਾਡੀ ਕੌਮ ਪ੍ਰਫੁੱਲਿਤ ਨਹੀਂ ਹੋਏਗੀ।
ਸੋ ਇਹੀ ਦਾਸ ਹੱਥ ਬੰਨ੍ਹ ਕੇ ਸਾਰੀ ਸੰਗਤ ਨੂੰ ਅਪੀਲ ਕਰ ਰਿਹਾ ਹੈ ਕਿ ਭਾਈ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਆਪ ਜੀ ਸਾਰੇ ਇੱਥੇ ਵਿਦੇਸ਼ਾਂ 'ਚ ਬੈਠੇ ਹੋਏ ਹੋ, ਸੰਪੰਨ ਪਰਿਵਾਰਾਂ ਦੇ ਹੋ, ਅੱਛੀ ਕਮਾਈਆਂ ਕਰ ਰਹੇ ਹਾਂ। ਜੇ ਥੋੜ੍ਹਾ ਜਿਹਾ ਹਿੱਸਾ ਆਪਣੀ ਆਮਦਨ ਦਾ ਅਸੀਂ ਇਹ ਸ਼ੇਅਰ ਕਰ ਲਈਏ ਉਨ ਗਰੀਬ ਬੱਚਿਆਂ ਨਾਲ ਜਿਨ੍ਹਾਂ ਕੋਲ ਰੋਟੀ ਖਾਣ ਦੀ ਵੀ ਨਹੀਂ ਹੈਗੀ, ਉਨ ਬੱਚਿਆਂ ਨੂੰ ਅਸੀਂ ਵਿੱਦਿਆ ਦੇ ਦਈਏ ਤੇ ਉਹ ਪੂਰਾ ਪਰਿਵਾਰ ਸੰਪੰਨ ਹੋ ਜਾਂਦਾ ਹੈ, ਪਰਿਵਾਰ ਸਪੋਰਟ ਹੋ ਜਾਂਦਾ ਹੈ ਤੇ ਸਾਰੀ ਸਮੱਸਿਆਵਾਂ ਸਾਡੀਆਂ ਜੋ ਇੱਥੇ ਦੀਆਂ ਹਨ ਉਹ ਹੱਲ ਹੋ ਜਾਣਗੀਆਂ। ਅਸੀਂ ਇਹ ਟੀਚਾ ਕਰ ਲਈਏ ਕਿ ਸਾਡੇ ਕੌਮ ਦੇ ਬੱਚੇ ਹੀ ਪੰਜਾਬ ਦੀ ਸਾਰੀ ਨੌਕਰੀਆਂ ਵਿੱਚ ਅਫਸਰ ਲੱਗਣ। ਬਾਹਰੋਂ ਬੱਚੇ ਆ ਕੇ ਯੂਪੀ ਤੋਂ, ਬਿਹਾਰ ਤੋਂ, ਬੰਗਾਲ ਤੋਂ, ਕਰਨਾਟਕ ਤੋਂ, ਤਮਿਲਨਾਡੂ ਤੋਂ, ਉੱਥੋਂ ਆ ਕੇ ਉਹ IAS ਅਫਸਰ ਲੱਗ ਰਹੇ ਹਨ, IPS ਅਫਸਰ ਲੱਗ ਰਹੇ ਹਨ। ਹੋਰ ਜਿਤਨੀਆਂ ਵੀ ਤਮਾਮ ਜੋ ਉੱਥੇ ਇੰਡਸਟਰੀਜ਼ ਹਨ ਸਾਰੇ ਉੱਥੇ ਜੇ ਦੇਖੀਏ ਜਾ ਕੇ ਮੈਜੋਰਿਟੀ ਜੋ ਟੌਪ ਦੀ ਪੋਜੀਸ਼ਨਸ ਹਨ ਉਹ ਬਾਕੀ ਪ੍ਰਾਂਤਾਂ ਤੋਂ ਆ ਕੇ ਲੋਕ ਉੱਥੇ ਨੌਕਰੀਆਂ ਕਰ ਰਹੇ ਹਨ। ਸਾਡੇ ਬੱਚੇ ਨਾਲ ਦੇ ਖਾਨਸਾਮੇ ਲੱਗੇ ਹੋਏ ਹਨ, ਉਹਨਾਂ ਦੇ PN ਲੱਗੇ ਹੋਏ ਹਨ, ਉਹਨਾਂ ਦੇ ਡਰਾਈਵਰ ਲੱਗੇ ਹੋਏ ਹਨ। ਅਸੀਂ ਇਹ ਰਿਵਰਸ ਕਰਨਾ ਹੈ। ਅਸੀਂ ਇਹ ਅੱਜ ਇਸ ਗੁਰਦੁਆਰਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਸੀਂ ਇਹ ਐਲਾਨ ਕਰਨਾ ਚਾਹੁੰਦੇ ਹਾਂ ਕਿ ਬਈ ਅਸੀਂ ਜਾਗਰੂਕ ਹੋ ਜਾਈਏ ਤੇ ਇਸ ਸਮੱਸਿਆ ਦਾ ਸਾਡੇ ਕੋਲ ਸਮਾਧਾਨ ਹੈ। ਅਸੀਂ ਉਹ ਆਪਣੇ ਹੱਥ 'ਚ ਪ੍ਰੋਬਲਮ ਲੈ ਲਈਏ, ਸਰਕਾਰਾਂ ਵੱਲ ਝਾਂਕਣਾ ਛੋੜ ਦਈਏ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਰਵੀਦੀਪ ਕੌਰ ਮੁਕਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰਭਜੋਤ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਜਸਟ TV ਦੇ ਅੱਜ ਦੇ ਮੁੱਦੇ ਦਾ ਪ੍ਰੋਗਰਾਮ ਦੇ ਰਾਹੀਂ ਸਾਨੂੰ ਆਪ ਜੀ ਦੇ ਨਾਲ ਜੋ ਪੰਜਾਬ ਦੀਆਂ ਪ੍ਰੋਬਲਮਸ ਦੇ ਬਾਰੇ ਆਪ ਜੀ ਨਾਲ ਸ਼ੇਅਰ ਕਰਨ ਦੀ ਤੁਹਾਡੇ ਨਾਲ ਸਾਨੂੰ ਤੁਸੀਂ ਬਖਸ਼ਿਸ਼ ਕੀਤੀ ਆ। ਔਰ ਖਾਸ ਧੰਨਵਾਦ ਕਰਦਾ ਮੈਂ ਇੱਥੋਂ ਦੀ ਗੁਰਦੁਆਰਾ ਕਮੇਟੀ ਦਾ, ਰੋਚੈਸਟਰ ਦੇ ਗੁਰਦੁਆਰਾ ਸਾਹਿਬ ਦਾ, ਸਾਹ ਸ਼ੁਭਦੀਪ ਸਿੰਘ ਜੀ ਦਾ, ਸਾਹ ਰਜਵਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਵੀ ਲਿਆ ਤੇ ਸਾਨੂੰ ਇੱਥੇ ਆ ਕੇ ਇਹ ਮੌਕਾ ਦਿੱਤਾ ਕਿ ਅਸੀਂ ਇਹਨਾਂ ਦੇ ਦਰਸ਼ਨ ਕਰ ਸਕੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।